ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫੇਰ ਮੈਂ ਮਨਦੀਪ ਸਿੰਘ ਸਵਾਗਤ ਕਰਦਾ ਲੈ ਕੇ ਹਾਜ਼ਰ ਹਾਂ ਇੱਕ ਵਾਰੀ ਫੇਰ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਕਰਦੇ ਹਾਂ ਖਾਸ ਖਬਰਾਂ ਤੇ ਚਰਚਾ ਤੇ ਹਰ ਰੋਜ਼ ਤਰ੍ਹਾਂ ਮੇਰੇ ਨਾਲ ਜੁੜੇ ਹੋਏ ਨੇ ਮੇਰੇ ਸਹਿਯੋਗੀ ਜਸਵੀਰ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ। शुक्रिया मनदीप जी और टीवी पंजाब देखने वाले तमाम व्यूअर्स ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜੀ। ਅੱਛਾ ਜਸਵੀਰ ਜੀ, ਕੱਲ ਆਪਾਂ ਗੱਲ ਕੀਤੀ ਸੀ ਕਿ ਦੋ ਦਿਸ਼ਾਵਾਂ ਜਿਹੜਾ ਸੀ ਉਹ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ। ਇੱਕ ਪਾਸੇ ਉਹ ਸਰਕਾਰ ਦਿੱਲੀ ਵਾਲੇ ਪਾਸੇ ਜਾ ਰਿਹਾ ਤੇ ਦੂਜੇ ਪਾਸੇ ਜਿਹੜਾ ਵਾ ਕਾਰਪੋਰੇਟ ਘਰਾਣੇ ਆ ਅੰਬਾਨੀਆਂ ਵਰਗੇ ਉਹਨਾਂ ਨਾਲ ਜਿਹੜੇ ਆ ਉਹ ਟੱਕਰ ਲੈ ਰਹੇ ਆ, ਉਹਨਾਂ ਦੇ ਸਿਮ ਕਾਰਡ ਕੋਈ ਹੋਰ ਚੀਜ਼ਾਂ ਦਾ ਬਾਈਕਾਟ ਕਰ ਰਹੇ ਆ ਜਾਂ ਸਾੜ ਰਹੇ ਆ। ਅੱਜ ਕਹਾਣੀ ਕੁਝ ਹੋਰ ਹੀ ਨਿਕਲ ਆਈ ਕਿ ਜਿਹੜੇ ਕਿਸਾਨਾਂ ਨਾਲ ਧਰਨੇ ਲਾ ਰਹੇ ਆ, ਕਿਸਾਨਾਂ ਲਈ ਗ੍ਰਿਫਤਾਰੀਆਂ ਦੇ ਰਹੇ ਆ, ਜਿਹੜੇ ਕਹਿ ਰਹੇ ਕਿ ਅਸੀਂ ਸਭ ਤੋਂ ਵੱਡੇ ਦਰਦ ਮੰਨਦੇ ਆ ਕਿਸਾਨਾਂ ਦੇ, ਹੁਣ ਸੁਣਿਆ ਅੰਦਰ ਖਾਤੇ ਉਹਨਾਂ ਦੀ ਅੰਦਰ ਖਾਤੇ ਵੀ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਖੁੱਲੀ ਸਾਂਝ ਨਿਕਲ ਆਈ ਹੈ ਇਹਨਾਂ ਘਰਾਣਿਆਂ ਨਾਲ। ਜੀ ਬਹੁਤ ਸਾਰੀਆਂ ਗੱਲਾਂ ਨੇ ਮਨਦੀਪ ਜੀ। ਸਿੱਧੇ ਤੌਰ ਤੇ ਆਪਾਂ ਇੱਕ ਗੱਲ ਕਹਿ ਸਕਦੇ ਹਾਂ ਕਿ ਸਿਮ ਜਦੋਂ ਕਿਸਾਨ ਸਾੜਦਾ ਆ, ਜਦੋਂ ਪੰਜਾਬ ਦਾ ਕੋਈ ਆਮ ਬਸ਼ਿੰਦਾ ਸਾੜਦਾ ਆ ਤੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦਾ ਕਿ ਅਸੀਂ ਬਾਈਕਾਟ ਕਰ ਦਿੱਤਾ ਭਾਈ ਇਹਨਾਂ ਵੱਡੇ ਘਰਾਣਿਆਂ ਦਾ, ਤੇ ਅਸੀਂ ਇਹਨਾਂ ਦਾ ਕੋਈ ਵੀ ਸਮਾਨ ਨਹੀਂ ਖਰੀਦਣਾ, ਅਸੀਂ ਇਹਨਾਂ ਦੇ ਬਿਜ਼ਨਸ ਨੂੰ ਸੱਟ ਮਾਰਨੀ ਆ। ਬਹੁਤ ਸਾਰੇ ਪੈਟਰੋਲ ਪੰਪ ਜਿਹੜੇ ਰਿਲਾਇੰਸ ਦੇ ਸੀਗੇ, SR ਵਾਲਿਆਂ ਦੇ ਸੀਗੇ, ਉਹਨਾਂ ਦੇ ਸਾਹਮਣੇ ਧਰਨੇ ਪ੍ਰਦਰਸ਼ਨ ਕੀਤੇ ਗਏ ਔਰ ਕਿਸਾਨ ਕਹਿੰਦੇ ਆ ਕਿ ਭਾਈ ਅਸੀਂ ਇਹੀ ਕੰਮ ਲਗਾਤਾਰ ਜਿਹੜਾ ਉਹ ਜਾਰੀ ਰੱਖਾਂਗੇ। ਪਰ ਹੁਣ ਜਿਨ੍ਹਾਂ ਪੈਟਰੋਲ ਪੰਪਾਂ ਦੇ ਅੱਗੇ, ਇਹਨਾਂ ਮਲਟੀਨੈਸ਼ਨਲ ਕੰਪਨੀਆਂ ਦੇ ਅਦਾਰਿਆਂ ਦੇ ਅੱਗੇ ਕਿਸਾਨ ਧਰਨੇ ਦੇ ਰਹੇ ਆ, ਉਹਨਾਂ ਨੂੰ ਬਿਜ਼ਨਸ ਦੇ ਤੌਰ ਤੇ ਸੱਟ ਮਾਰਨ ਦੀ ਕੋਸ਼ਿਸ਼ ਕਰ ਰਹੇ ਆ, ਉਹਨਾਂ ਕਿਸਾਨਾਂ ਦੇ ਹਾਮੀ ਹੋਣ ਦਾ ਦਮ ਭਰਨ ਵਾਲੇ, ਉਹਨਾਂ ਕਿਸਾਨਾਂ ਦੇ ਮੁੱਦਿਆਂ ਨੂੰ ਕੇਂਦਰ ਤੱਕ ਲਿਜਾਣ ਦਾ ਦਮ ਭਰਨ ਵਾਲੇ ਤਾਂ ਆਪ ਉਹਨਾਂ ਕੰਪਨੀਆਂ ਦੇ ਪੈਟਰੋਲ ਪੰਪ ਜਿਹੜੇ ਆ ਉਹਨਾਂ ਦੇ ਮਾਲਕ ਬਣੇ ਹੋਏ ਆ। ਹੁਣ ਕਿਸਾਨ ਤਾਂ ਸਿਮ ਸਾੜ ਦੇਗਾ, ਸਿਮ ਉਹਦਾ ਕਿੰਨੇ ਕੁ ਦਾ ਹੋਏਗਾ, ਉਹਦੀ ਲੜਾਈ ਜਿੱਥੋਂ ਤੱਕ ਹੋ ਸਕਦੀ ਉਹ ਉਹਨਾਂ ਕੁ ਲੜਾਈ ਲੜੇਗਾ ਕਿਉਂਕਿ ਉਹਦੀ ਵਿੱਤ ਹੈ ਕਿ ਉਹ ਇੰਨਾ ਕੁ ਕਰ ਸਕਦਾ ਆ, ਕਿਸੇ ਉਹਦੇ ਅਦਾਰੇ ਦੇ ਅੱਗੇ ਧਰਨਾ ਦੇ ਸਕਦਾ ਆ, ਆਪਣੇ ਕੋਲ ਜਿਹੜੀ ਚੀਜ਼ ਆ ਉਹਨੂੰ ਸਾੜ ਸਕਦਾ। ਸਿਮ ਉਹਦੇ ਕੋਲ ਸੀ, ਉਹਨੇ ਸਿਮ ਸਾੜ ਦਿੱਤੇ। ਪਰ ਕੀ ਇਹ ਲੀਡਰ ਪੈਟਰੋਲ ਪੰਪ ਸਾੜਨਗੇ ਜਿਹੜੇ ਨਿੱਜੀ ਕੰਪਨੀਆਂ ਦੇ ਚਲਾਉਂਦੇ ਨੇ? ਹੁਣ ਮੈਂ ਚਰਨਜੀਤ ਭੁੱਲਰ ਹੋਰਾਂ ਦੀ ਰਿਪੋਰਟ ਪੜ੍ਹ ਰਿਹਾ ਸੀ, ਉਸ ਰਿਪੋਰਟ ਦੇ ਵਿੱਚ ਸਾਫ਼ ਹੈ ਕਿ ਜਿਹੜੇ ਰਿਲਾਇੰਸ ਨੂੰ ਪੰਜਾਬ ਚੋਂ ਕੱਢਣ ਦੇ ਦਮ ਭਰਦੇ ਸੀ, ਪਿਛਲੇ ਦਿਨੀ ਮੈਂ ਸੁਖਬੀਰ ਬਾਦਲ ਹੋਰਾਂ ਦਾ ਬਿਆਨ ਸੁਣ ਰਿਹਾ ਸੀ ਕਿ ਸਾਡੀ ਸਰਕਾਰ ਅਸੀਂ ਕੋਈ ਏਦਾਂ ਦੀ ਕੰਪਨੀ ਇੱਥੇ ਨਿੱਜੀ ਕੰਪਨੀ ਵੜਨ ਨਹੀਂ ਦੇਣੀ, ਤੇ ਆਪ ਤਾਂ ਬਿਜ਼ਨਸ ਚਲਾਉਂਦੇ ਆ। ਸੁਖਬੀਰ ਬਾਦਲ ਦੇ ਦੋ ਪੈਟਰੋਲ ਪੰਪ ਨੇ ਪੰਜਾਬ ਦੇ ਵਿੱਚ, ਕਿਹੜੇ ਵਾਲੇ? ਰਿਲਾਇੰਸ ਦੇ। ਇੱਕ ਤਾਂ ਮੁਕਤਸਰ ਦੇ ਪਿੰਡ ਰੁਪਾਣਾ ਦੇ ਵਿੱਚ ਹੈ, ਦੂਜਾ ਬਠਿੰਡਾ ਦੇ ਡੂਮਵਾਲੀ ਦੇ ਵਿੱਚ ਹੈ। ਇਹ ਸੁਖਬੀਰ ਬਾਦਲ ਦੇ ਦੋ ਪੈਟਰੋਲ ਪੰਪ ਨੇ ਰਿਲਾਇੰਸ ਦੇ, ਤੇ ਇਹਦੇ ਨਾਲ ਸੁੱਕੇ ਕਾਂਗਰਸੀ ਵੀ ਨਹੀਂ ਆ। ਤ੍ਰਿਪਤ ਰਜਿੰਦਰ ਬਾਜਵਾ ਦਾ ਬੇਟਾ ਜਿਹੜਾ ਆ ਰਵੀ ਬਾਜਵਾ, ਕੱਥੂ ਨੰਗਲ ਦੇ ਵਿੱਚ ਰਿਲਾਇੰਸ ਦਾ ਪੈਟਰੋਲ ਪੰਪ ਉਹਦੇ ਕੋਲ ਵੀ ਆ। ਫਿਰ ਸਾਬਕਾ ਮੰਤਰੀ ਰਮਨ ਭੱਲਾ ਹੋਰੀ ਆ, ਉਹਨਾਂ ਦੇ ਪਰਿਵਾਰ ਕੋਲ ਗੁਰਦਾਸਪੁਰ ਦੇ ਵਿੱਚ ਪੰਪ ਹੈਗਾ। ਮਨਤਾਰ ਬਰਾੜ ਦੇ ਕੋਲ ਭਗਤੇ ਭਾਈ ਦੇ ਵਿੱਚ ਰਿਲਾਇੰਸ ਦਾ ਪੈਟਰੋਲ ਪੰਪ ਹੈਗਾ। ਪੰਜਾਬ ਦੇ ਵਿੱਚ ਕੁੱਲ ਮਿਲਾ ਕੇ ਜਿਹੜਾ ਉਹ 85 ਦੇ ਕਰੀਬ ਰਿਲਾਇੰਸ ਦੇ ਪੈਟਰੋਲ ਪੰਪ ਨੇ। 85 ਦੇ ਵਿੱਚੋਂ 35 ਜਿਹੜੇ ਆ ਉਹ ਕੰਪਨੀ ਆਪ ਚਲਾਉਂਦੀ ਹੈ, 30 ਜਿਹੜੇ ਪੰਪ ਨੇ ਉਹ ਇੰਜ ਹੀ ਦਿੱਤੇ ਗਏ ਆ, ਜਾਂ ਤਾਂ ਕੋਈ ਨਾ ਕੋਈ ਸਿਆਸੀ ਧਿਰ ਜਿਹੜੀ ਹੈ ਉਹਦਾ ਨੁਮਾਇੰਦਾ ਹੈਗਾ ਆ ਉਹ ਪੈਟਰੋਲ ਪੰਪ ਚਲਾਉਣ ਵਾਲਾ, ਜਾਂ ਉਹਦੇ ਪਰਿਵਾਰ ਦਾ ਕੋਈ ਨੇੜਲਾ ਬੰਦਾ ਹੈਗਾ ਆ, ਜਾਂ ਫਿਰ ਥੋੜਾ ਬਹੁਤਾ ਧਨਾੜ ਜਿਹੜਾ ਹੈਗਾ ਆ ਉਹ ਪੈਟਰੋਲ ਪੰਪ ਜਿਹੜੇ ਆ ਉਹ ਚਲਾਉਂਦਾ ਆ। ਹੁਣ ਇਹਨਾਂ ਪਰਿਸਥਿਤੀਆਂ ਦੇ ਵਿੱਚ ਕਿਵੇਂ ਅਸੀਂ ਇਹ ਕਹੀਏ ਕਿ ਜਿਹੜੇ ਕਿਸਾਨਾਂ ਦੇ ਹੋਣ ਦਾ ਦਮ ਭਰਦੇ ਆ ਉਹ ਉਹਨਾਂ ਕੰਪਨੀਆਂ ਦੇ ਬਿਜ਼ਨਸ ਦੇ ਵਿੱਚ ਹਿੱਸੇਦਾਰ? ਮੈਂ ਤਾਂ ਇਹਨੂੰ ਹਿੱਸੇਦਾਰ ਹੀ ਮੰਨੂਗਾ, ਹਿੱਸੇਦਾਰ ਵੀ ਹੈ। ਕੱਲ ਜਦੋਂ ਗੱਲਬਾਤ ਚੱਲੇਗੀ, ਰਿਲਾਇੰਸ ਵਾਲੇ ਆਉਣਗੇ, ਜੇ ਇਹ ਕਾਨੂੰਨ ਬਣ ਜਾਂਦੇ ਆ, ਧੱਕੇ ਨਾਲ ਲਾਗੂ ਵੀ ਕਰ ਦਿੱਤੇ ਜਾਂਦੇ ਆ ਤੇ ਧੱਕੇ ਨਾਲ ਪੰਜਾਬ ਨੂੰ ਵੀ ਮਜਬੂਰ ਕਰ ਦਿੱਤਾ ਜਾਂਦਾ ਕਿ ਤੁਹਾਨੂੰ ਮੰਨਣੇ ਹੀ ਪੈਣਗੇ, ਭਾਵੇਂ ਜੋ ਮਰਜ਼ੀ ਕਰੋ, ਲੜੋ ਭਿੜੋ ਤੇ ਜੋ ਮਰਜ਼ੀ ਕਰ ਲਓ। ਤੇ ਫਿਰ ਉਹਨਾਂ ਸਥਿਤੀਆਂ ਦੇ ਵਿੱਚ ਇਹ ਜਿਹੜੀਆਂ ਕੰਪਨੀਆਂ ਆ ਉਹ ਇਹ ਕਹਿਣਗੀਆਂ ਨਹੀਂ ਕਿ ਭਾਈ ਆਹ ਸਾਡਾ ਪੱਖ ਪੂਰੋ, ਨਹੀਂ ਤਾਂ ਤੁਹਾਡਾ ਆਹ ਬਿਜ਼ਨਸ ਤੁਹਾਡੇ ਕੋਲ ਖੋਲਾਂਗੇ, ਨਹੀਂ ਤਾਂ ਇੱਥੇ ਤੁਹਾਨੂੰ ਨੁਕਸਾਨ ਪਹੁੰਚਾ ਦਾਂਗੇ, ਉੱਥੇ ਨੁਕਸਾਨ ਪਹੁੰਚਾ ਲਾਂਗੇ, ਕਿਉਂਕਿ ਇਹ ਸਾਡੇ ਲੀਡਰ ਜਿਹੜੇ ਆ ਸਿਆਸਤਦਾਨ ਘੱਟ ਤੇ ਵਪਾਰੀ ਜ਼ਿਆਦਾ ਹੈ। ਇਹੀ ਕਾਰਨ ਹੈ ਕਿ ਸਾਡੀ ਸਿਆਸਤ ਉਹ ਨਿਗਾਰ ਚ ਆਈ ਹੋਈ ਆ। ਤੇ ਜੇ ਸਿਆਸਤਦਾਨ ਹੋਣ, ਜੇ ਸੱਚੀਓ ਹੀ ਲੋਕਾਂ ਦੀ ਗੱਲ ਕਰਨ ਵਾਲੇ ਲੀਡਰ ਹੋਣ, ਲੋਕ ਨੇਤਾ ਜਿਹਨੂੰ ਕਹਿੰਦੇ ਆ, ਤੇ ਫਿਰ ਇਦਾਂ ਦੀਆਂ ਪਰਿਸਥਿਤੀਆਂ ਪੈਦਾ ਹੀ ਨਹੀਂ ਹੋਣੀਆਂ ਸੀਗੀਆਂ। ਸਥਿਤੀਆਂ ਪੈਦਾ ਇਸ ਕਰਕੇ ਹੋ ਰਹੀਆਂ ਨੇ ਕਿਉਂਕਿ ਇਹ ਵਪਾਰੀ ਨੇ, ਜਦੋਂ ਸੱਤਾ ਚਾਹੁੰਦੇ ਆ ਤੇ ਦੇਖੋ ਇਹਨਾਂ ਦੀਆਂ ਪ੍ਰਾਪਰਟੀਆਂ ਕਿੱਦਾਂ ਵੱਧਦੀਆਂ ਨੇ, ਆਪਣੇ ਹਲਫਨਾਮੇ ਦਿੰਦੇ ਆ, ਕਰੋੜਾਂ ਦੀ ਤਾਦਾਦ ਦੇ ਵਿੱਚ, ਕਰੋੜਾਂ ਦੀ ਗਿਣਤੀ ਦੇ ਵਿੱਚ ਜਿਹੜਾ ਇਹਨਾਂ ਦੇ ਬਿਜ਼ਨਸ ਦੇ ਵਿੱਚ ਵਾਧਾ ਹੁੰਦਾ ਆ ਕਿ ਭਾਈ ਇੰਨੇ ਕਰੋੜ ਇਸ ਵਾਰ ਵੱਧ ਗਿਆ, ਇੰਨੇ ਕਰੋੜ ਉਸ ਵਾਰ ਵੱਧ ਗਿਆ। ਵੱਧਦੇ ਉਹਦੇ ਆ ਜਿਹੜਾ ਸੱਤਾ ਚਾਹੁੰਦਾ ਆ, ਜਿਹੜਾ ਚੁਣਿਆ ਜਾਂਦਾ। ਜਿਹੜਾ ਨਹੀਂ ਚੁਣਿਆ ਜਾਂਦਾ
ਉਹਦੇ ਐਸੈਟਸ ਘਟਦੇ ਹੀ ਆ ਹਮੇਸ਼ਾ, ਬਹੁਤਾ ਜ਼ਿਆਦਾਤਰ ਇਹੀ ਦੇਖਣ ਨੂੰ ਮਿਲਿਆ। ਤੇ ਜਿਹੜਾ ਸੱਤਾ 'ਚ ਆ ਜਾਂਦਾ ਉਹਦੇ ਐਸੈਟਸ ਵੱਧਦੇ ਨੇ। ਕਿਉਂ ਵੱਧਦੇ ਨੇ ਭਾਈ? ਇਹ ਸਿਆਸਤ ਕਿਹੜਾ ਧੰਦਾ ਆ ਜਿਹੜੀ ਏਦਾਂ ਦਿਨ ਰਾਤ ਪੈਸੇ ਸੂੰਦੀ ਰਹਿੰਦੀ ਹੈ ਤੇ ਬਾਕੀ ਧੰਦਿਆਂ ਦੇ ਵਿੱਚ ਹਰ ਇੱਕ ਬੰਦਾ ਦੇਖਦਾ ਕਿ ਮੈਨੂੰ ਘਾਟਾ ਪੈ ਰਿਹਾ। ਨੋਟਬੰਦੀ ਹੋ ਜਾਵੇ ਤਾਂ ਆਮ ਬਿਜ਼ਨਸਮੈਨ, ਆਮ ਬੰਦਾ ਮਾਰਿਆ ਜਾਂਦਾ ਆ। GST ਲੱਗ ਜਾਵੇ ਤਾਂ ਆਮ ਬੰਦੇ ਨੂੰ ਨੁਕਸਾਨ ਹੁੰਦਾ ਆ, ਸੂਬੇ ਨੂੰ ਵੀ ਨੁਕਸਾਨ ਹੋ ਜਾਂਦਾ, ਕਹਿੰਦੇ ਸੂਬੇ ਨੂੰ ਵੀ ਘਾਟਾ ਪੈ ਗਿਆ ਟੈਕਸ ਦਾ। ਇਹਨਾਂ ਨੂੰ ਘਾਟਾ ਕਦੀ ਨਹੀਂ ਪੈਂਦਾ। ਕਾਰਨ ਇਹੀ ਹੈ ਕਿ ਇਹ ਵਪਾਰੀ ਨੇ, ਇਹ ਨਾ ਤਾਂ ਸਿਆਸਤਦਾਨ ਨੇ, ਨਾ ਲੋਕ ਨੇਤਾ ਨੇ, ਨਾ ਲੋਕਾਂ ਦੇ ਬਣਨ ਦੀ ਕੋਸ਼ਿਸ਼ ਕਰਦੇ। ਜਿਹੜੇ ਹੈਗੇ ਇਹਨਾਂ ਦੇ ਕਿ ਅਸੀਂ ਕਿਸਾਨਾਂ ਦੀ ਪਾਰਟੀਆਂ, ਅਸੀਂ ਕਿਸਾਨਾਂ ਦੇ ਮਸੀਹੇ ਹਾਂ, ਅਸੀਂ ਕਿਸਾਨਾਂ ਲਈ ਲੜਾਈ ਲੜਦੇ ਹਾਂ। ਹੁਣ ਕਈ ਲੜਦੇ ਅਕਾਲੀ ਦਲ ਵਾਲੇ ਕਹਿੰਦੇ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ। ਮੈਂ ਕਾਫਲਾ ਕਵਰ ਕੀਤਾ ਇਹਨਾਂ ਦਾ, ਫਗਵਾੜੇ ਤੋਂ ਜਦੋਂ ਲੰਘਿਆ ਨਾ, ਮੈਂ ਦੇਖ ਰਿਹਾ ਸੀ ਕੱਲਾ ਸੁਖਬੀਰ ਬਾਦਲ, ਵਿਕਰਮ ਮਜੀਠੀਆ ਓਪਨ ਗੱਡੀ ਦੇ ਵਿੱਚ ਉੱਪਰ ਬੈਠੇ ਆ, ਛੱਤ ਛੁੱਤ ਵਧੀਆ ਤਰੀਕੇ ਨਾਲ ਉਹਦੀ ਪਾਈ ਹੋਈ ਆ, ਉਹੀ ਉੱਪਰ ਬੈਠੇ ਸੀ। ਅਕਾਲੀ ਦਲ ਦੇ ਹਰ ਵਰਕਰ ਦੇ ਕੋਲ ਤਕਰੀਬਨ ਗੱਡੀ ਸੀ, ਟਰੈਕਟਰ ਤਾਂ ਹੈ ਹੀ ਨਹੀਂ ਸੀ। ਕਿਸਾਨ ਦਾ ਨਿਸ਼ਾਨ ਕੀ ਆ, ਕਿਸਾਨ ਦਾ ਮੂਲ ਕੀ ਹੈ ਇਸ ਵੇਲੇ? ਪਹਿਲਾਂ ਤਾਂ ਬਲਦ ਹੁੰਦੇ ਸੀਗੇ, ਉਹਨਾਂ ਨਾਲ ਖੇਤੀ ਕਰਦਾ ਸੀ, ਇਸ ਵੇਲੇ ਟਰੈਕਟਰ ਹੈ ਨਾ, ਟਰੈਕਟਰ ਕੋਈ ਨਹੀਂ ਨਜ਼ਰ ਆਇਆ। ਏਸੀ ਗੱਡੀਆਂ ਦੇ ਵਿੱਚ ਬਹਿ ਕੇ ਇਹ ਰੋਸ ਮੁਜ਼ਾਹਰਾ ਕਰ ਰਹੇ ਸੀ ਕਿਸਾਨਾਂ ਦੇ ਪੱਖ ਦੇ। ਦੂਜੇ ਪਾਸੇ ਫਲੋਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਨੰਗੇ ਬੈਠੇ ਕਿਸਾਨ ਜਥੇਬੰਦੀਆਂ ਦੇ ਆਗੂ, ਤੇ 7 ਦਿਨ ਉਹਨਾਂ ਨੇ ਲਗਾਤਾਰ ਬੈਠਣਾ ਉੱਥੇ। ਕਹਿੰਦੇ ਕੋਈ ਗੱਲ ਨਹੀਂ, ਜਦ ਤੱਕ ਹੈਗਾ ਅਸੀਂ ਏਦਾਂ ਜਥਿਆਂ ਦੇ ਰੂਪ ਦੇ ਵਿੱਚ ਬਹਿੰਦੇ ਰਵਾਂਗੇ। ਉਹ ਇੰਜ ਬੈਠੇ ਆ ਤਪਦੀ ਗਰਮੀ ਦੇ ਵਿੱਚ, ਤੇ ਇਹ ਏਸੀ ਗੱਡੀਆਂ ਦੇ ਵਿੱਚ ਰੋਸ ਪ੍ਰਦਰਸ਼ਨ ਕਰਨ ਲਈ ਗਏ ਸੀਗੇ। ਸਿਆਸੀ ਡਰਾਮਾ ਰੱਜ ਕੇ ਕੀਤਾ ਜਾ ਰਿਹਾ ਕਿ ਅਸੀਂ ਤੁਹਾਡਾ ਹੁਣ ਦਾ ਦਮ ਭਰਦੇ ਹਾਂ। ਹੁਣ ਕਾਂਗਰਸ ਥੋੜਾ ਜਿਹਾ ਹੋਰ ਗੱਲ ਕਰਦੀ ਹੈ, ਉਹ ਕਹਿੰਦੀ ਕੋਈ ਗੱਲ ਨਹੀਂ ਅਸੀਂ ਟਰੈਕਟਰ ਹੀ ਚਲਾਵਾਂਗੇ। ਤੇ ਭਾਈ ਟਰੈਕਟਰ ਤੁਸੀਂ ਇੱਕ ਦਿਨ ਚਲਾ ਕੇ ਕਿਸਾਨ ਨਾ ਤਾਂ ਬਣ ਸਕਦੇ ਹੋ, ਨਾ ਕਿਸਾਨਾਂ ਦੀ ਨੁਮਾਇੰਦਗੀ ਕਰ ਸਕਦੇ ਹੋ, ਨਾ ਕਿਸਾਨਾਂ ਦੇ ਦੁੱਖ ਤਕਲੀਫ ਨੂੰ ਸਮਝ ਸਕਦੇ ਹੋ। ਤੁਸੀਂ ਜਿਹੜਾ ਇੱਕ ਦਿਨ ਟਰੈਕਟਰ ਤੇ ਬੈਠਣਾ ਨਾ, ਪੰਜਾਬ ਦੇ ਲੋਕ ਜਾਣਦੇ ਨੇ, ਕਿਸਾਨ ਜਾਣਦੇ ਨੇ, ਇਹ ਤੁਹਾਡਾ ਸਿਆਸੀ ਸ਼ਗੂਫਾ, ਸਿਆਸੀ ਡਰਾਮਾ ਆ। ਇਹਦੇ ਨਾਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ, ਸਿਰਫ ਤੇ ਸਿਰਫ ਆਪਣੀ ਸਿਆਸੀ ਜ਼ਮੀਨ ਤਿਆਰ ਕਰ ਰਹੇ ਹੋ, ਇਸ ਤੋਂ ਇਲਾਵਾ ਕੱਖ ਨਹੀਂ ਕਰਦੇ। ਕਿਉਂਕਿ ਜੇ ਕਿਸਾਨਾਂ ਦੇ ਹਿੱਤ ਦੀ ਗੱਲ ਕਰਨੀ ਹੋਵੇ ਨਾ, ਤੇ ਫਿਰ ਨੰਗੇ ਧੜ ਜਿੱਦਾਂ ਉਹ ਬੈਠੇ ਆ, ਜਿੱਦਾਂ ਤਪਦੀ ਗਰਮੀ ਦੇ ਵਿੱਚ ਉਹ ਧਰਨੇ ਲਾ ਰਹੇ ਆ, ਜਾ ਕੇ ਬੈਠੋ ਉਹਨਾਂ ਦੇ ਨਾਲ ਦਰਿਆ ਦੇ ਉੱਤੇ, ਜਾ ਕੇ ਬੈਠੋ ਉਹਨਾਂ ਦੇ ਨਾਲ ਰੇਲਵੇ ਟਰੈਕ ਦੇ ਉੱਤੇ, ਪਤਾ ਲੱਗੇ ਨਾਲੇ ਤੁਹਾਨੂੰ ਵੀ ਕਿ ਭਾਈ ਸੰਘਰਸ਼ ਕੀ ਹੁੰਦਾ ਆ ਤੇ ਸਿਆਸੀ ਡਰਾਮੇਬਾਜ਼ੀ ਕੀ ਹੁੰਦੀ ਆ। ਇਹ ਸਿੱਧੇ ਤੌਰ ਤੇ ਸੰਕੇਤ ਇਸ ਵੇਲੇ ਕਿਸਾਨਾਂ ਤੱਕ ਪਹੁੰਚਦਾ ਸਾਫ਼ ਨਜ਼ਰ ਆ ਰਿਹਾ। ਇੱਥੇ ਇੱਕ ਗੱਲ ਹੋਰ ਕਰਨੀ ਬਣਦੀ ਹੈ ਮਨਦੀਪ ਜੀ। ਕੱਲ ਮੇਰੀ ਮਨਜੀਤ ਸਿੰਘ ਰਾਏ ਹੋਰਾਂ ਨਾਲ ਗੱਲ ਹੋ ਰਹੀ ਸੀਗੀ, ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਨੇ। ਮੈਂ ਉਹਨਾਂ ਨੂੰ ਪੁੱਛਿਆ ਕਿ ਭਾਈ ਕਾਂਗਰਸ ਦੇ ਨਾਲ ਵੀ ਕਿਸਾਨ ਜਾ ਰਹੇ ਨੇ, ਨਾਲ ਦੀ ਨਾਲ ਅਕਾਲੀਆਂ ਨਾਲ ਵੀ ਕਿਸਾਨ ਜਾ ਰਹੇ ਨੇ, ਹੋ ਸਕਦਾ ਕਿ ਕੁਝ ਭਾਰਤੀ ਜਨਤਾ ਪਾਰਟੀ ਦੇ ਨਾਲ ਵੀ ਇਸ ਵੇਲੇ ਕਿਸਾਨ ਜੁੜੇ ਹੋਣ, ਜਿਹੜੇ ਕਹਿੰਦੇ ਹੋਣ ਕਿ ਨਹੀਂ ਠੀਕ ਆ। ਕਿਉਂਕਿ ਟਰੈਕਟਰ ਰੈਲੀ ਚੰਡੀਗੜ੍ਹ 'ਚ ਭਾਰਤੀ ਜਨਤਾ ਪਾਰਟੀ ਨੇ ਵੀ ਕੱਢੀ ਸੀ ਨਾ, ਉੱਥੇ ਵੀ ਕੁਝ ਕਿਸਾਨ ਟਰੈਕਟਰ ਲੈ ਕੇ ਆਏ ਹੋਏ ਸੀਗੇ। ਮੈਂ ਕਿਹਾ ਕਿਉਂ ਨਹੀਂ ਤੁਸੀਂ ਆਪਣੇ ਭਾਈਚਾਰੇ ਨੂੰ ਕਾਹਤੋਂ ਨਹੀਂ ਸਮਝਾ ਪਾ ਰਹੇ? ਤੁਸੀਂ ਕੇਂਦਰ ਨੂੰ ਤਾਂ ਕਹਿੰਦੇ ਹੋ ਕਿ ਸਾਡੀ ਗੱਲ ਨਹੀਂ ਸਮਝਦਾ, ਤੁਹਾਡੀ ਗੱਲ ਤੁਹਾਡਾ ਭਾਈਚਾਰਾ ਕਿਉਂ ਨਹੀਂ ਸਮਝਦਾ? ਤੇ ਉਹਨਾਂ ਨੇ ਜਵਾਬ ਬੜਾ ਦਿਲਚਸਪ ਦਿੱਤਾ ਸੀ, ਔਰ ਬਹੁਤ ਵੱਡਾ ਜਵਾਬ ਸੀ। ਉਹ ਕਹਿੰਦੇ ਇੱਥੇ ਤਾਂ ਹਾਲਾਤ ਇਦਾਂ ਦੇ ਆ, ਗੁਰੂ ਸਾਹਿਬ ਨੂੰ ਵੀ ਤਾਂ ਬੇਦਾਵਾ ਲਿਖ ਕੇ ਦੇ ਹੀ ਗਏ ਸੀਗੇ ਕੁਝ ਲੋਕ, ਤੇ ਫਿਰ ਅਸੀਂ ਮੰਨ ਕੇ ਚੱਲਦੇ ਹਾਂ ਕਿ ਇਹ ਵੀ ਆਪਣੀ ਕਿਰਸਾਨੀ ਨੂੰ, ਆਪਣੀ ਕਿੱਤੇ ਨੂੰ ਜਿਹੜਾ ਆ ਉਹ ਬੇਦਾਵਾ ਲਿਖ ਕੇ ਸਿਆਸੀ ਪਾਰਟੀਆਂ ਦੀ ਝੋਲੀ ਦੇ ਵਿੱਚ ਜਾ ਕੇ ਬਹਿ ਗਿਆ। ਤੇ ਉਮੀਦ ਉਹਨਾਂ ਨੇ ਇਹ ਵੀ ਜਤਾਈ ਸੀਗੀ, ਕਹਿੰਦੇ ਬੇਦਾਵਾ ਉਹ ਵੀ ਪਾੜ ਦਿੱਤਾ ਗਿਆ ਸੀਗਾ, ਉਮੀਦ ਰੱਖਦੇ ਹਾਂ ਇੱਕ ਨਾ ਦਿਨ ਇੱਕ ਵਾਪਸ ਪਰਤ ਕੇ ਬੇਦਾਵਾ ਪਾੜ ਕੇ ਵਾਪਸ ਫਿਰ ਸਾਡੇ ਅੰਦੋਲਨ ਦੇ ਵਿੱਚ ਜੁੜਨਗੇ, ਤੇ ਉਮੀਦ ਰੱਖਦੇ ਹਾਂ ਕਿ ਇਸ ਤਰੀਕੇ ਨਾਲ ਅੰਦੋਲਨ ਜਿਹੜਾ ਵੱਡਾ ਹੋਏਗਾ। ਸੋ ਆਹ ਸਾਰਾ ਕੁਝ ਪੰਜਾਬ ਦੇ ਵਿੱਚ ਹੁੰਦਾ ਵਾਪਰਦਾ ਨਜ਼ਰ ਆ ਰਿਹਾ ਹੈ। ਨੰਗੇ ਧੜ ਲੜਨ ਵਾਲੇ ਕਿਹੜੇ ਆ, ਸਿੱਧੀ ਲੜਾਈ ਲੜਨ ਵਾਲੇ ਕਿਹੜੇ ਆ, ਤੇ ਡਰਾਮੇਬਾਜ਼ੀਆਂ ਕਰਨ ਵਾਲੇ ਕਿਹੜੇ ਆ, ਤਸਵੀਰ ਤੁਹਾਡੇ ਸਾਹਮਣੇ ਆ। ਅੱਛਾ, ਜਿਹੜੇ ਤੁਸੀਂ ਕਿਹਾ ਕਿ ਕਾਫਲਾ ਤੁਸੀਂ ਦੇਖਿਆ, ਹਾਲਾਂਕਿ ਆਪਾਂ ਦੇਖਿਆ ਕਿ ਰਾਤੀ ਕੀ ਹੋਇਆ, ਉੱਥੇ ਗਏ, ਉੱਥੇ ਉਹੀ ਪਤਾ ਹੀ ਸੀ ਕਿ ਜਿਹੜੀ ਜੋ ਅਕਸਰ ਹੁੰਦਾ ਹੀ ਹੈ ਚੰਡੀਗੜ੍ਹ ਜਾ ਕੇ, ਉੱਥੇ ਪੁਲਿਸ ਨੇ ਧੱਕੇ ਮੁੱਕੇ ਮਾਰੇ, 2-4 ਡਾਂਗਾ ਮਾਰਤੇ ਹੋਣਗੀਆਂ, ਫਿਰ ਥਾਣੇ ਲੈ ਗਿਆ, ਫਿਰ ਛੱਡਤੇ। ਤੇ ਉਧਰੋਂ ਕਾਂਗਰਸ ਵਾਲੇ ਜਿਹੜੇ ਆ ਉਹ ਕੱਲ ਤੋਂ ਆਪਣੇ ਧਰਨੇ ਸ਼ੁਰੂ ਕਰਨਾ ਹੈ। ਤਾਂ ਨੁਕਤਾ ਇੱਕ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਲੜਾਈ ਦਿੱਲੀ ਨਾਲ ਆ, ਲੜਾਈ ਪਾਰਲੀਮੈਂਟ ਨਾਲ ਆ, ਜਿੱਥੇ ਜਾ ਕੇ ਇਹ ਬਿੱਲ ਬਣੇ ਆ ਉੱਥੋਂ ਜਾ ਕੇ ਬਿੱਲ ਵਾਪਸ ਕਰਾਉਣੇ ਆ। ਇਹ ਅਕਾਲੀ ਦਲ ਵਾਲੇ ਵੀ ਪੰਜਾਬ ਵਿੱਚ ਹੀ ਆਪਦੇ ਚੱਕਰ ਮਾਰੀ ਜਾਂਦੇ ਆ, ਤੇ ਉਧਰੋਂ ਦਿੱਲੀ ਜਿਹੜੇ ਲੀਡਰ ਆ ਰਾਹੁਲ ਗਾਂਧੀ ਹੁਣੀ, ਉਹਨਾਂ ਨੂੰ ਚਾਹੀਦਾ ਕਿ ਉਹ ਦਿੱਲੀ ਵਿੱਚ ਜਾ ਕੇ ਜਿਹੜਾ ਪੈਰਵਾਈ ਕਰਨ, ਉਹ ਵੀ ਪੰਜਾਬ 'ਚ ਆ ਕੇ ਧਰਨੇ ਲਾ ਰਹੇ ਆ। ਸੋ ਲੜਾਈ ਜਾ ਕਿੱਧਰ ਨੂੰ ਰਹੀ ਆ? ਮਨਦੀਪ ਜੀ, ਇਹ ਸਿਆਸੀ ਪਾਰਟੀਆਂ, ਜਿਹੜੀ ਮਰਜ਼ੀ ਪਾਰਟੀ ਦੀ ਗੱਲ ਕਰ ਲਓ ਪੰਜਾਬ ਦੇ ਵਿੱਚ, ਦਿੱਲੀ ਨਾਲ ਕੌਣ ਲੜ ਰਿਹਾ ਹੈ?
ਕੋਈ ਨਹੀਂ ਲੜ ਰਿਹਾ ਦਿੱਲੀ ਦੇ ਨਾਲ। ਇੱਥੇ ਤਾਂ ਆਪਸ ਦੇ ਵਿੱਚ ਸਿਰਫ ਵੋਟਾਂ ਦੀ ਲੜਾਈ ਚੱਲਦੀ ਹੈ ਕਿ ਮੈਂ ਬੱਲੇ ਬੱਲੇ ਕਰਵਾ ਲਵਾਂ ਤੇ 22 ਦੇ ਵਿੱਚ ਮੈਂ ਵੋਟਾਂ ਵੱਧ ਲੈ ਲਵਾਂ, ਮੈਂ ਸਰਕਾਰ ਬਣਾ ਲਵਾਂ, ਤੇ ਦੂਜਾ ਕਹਿੰਦਾ ਨਹੀਂ ਨਹੀਂ ਤੈਨੂੰ ਨਹੀਂ ਬਣਾਉਣ ਦੇਣੀ, ਮੈਂ ਬਣਾਉਣੀ ਆ ਸਰਕਾਰ, ਮੈਂ ਕਿਸਾਨਾਂ ਦਾ ਮਸੀਹਾ ਆ ਤੇ ਮੈਂ ਸਾਰਾ ਕੁਝ ਕਰਦਾ ਆ। ਹੁਣ ਇਹੀ ਕਾਰਨ ਹੈ ਨਾ ਜੋ ਕੁਝ ਹੋ ਰਿਹਾ ਆ ਕਿ ਸੁਖਬੀਰ ਬਾਦਲ ਹੋਰੀ ਵੀ ਜਿਹੜਾ ਆ ਉਹ ਇੱਥੇ ਪੰਜਾਬ 'ਚ ਰੈਲੀ ਕੱਢ ਰਿਹਾ। ਭਾਈ ਚੰਡੀਗੜ੍ਹ ਜਾਣ ਦੀ ਬਜਾਏ, ਗਵਰਨਰ ਦੇ ਕੋਲ ਜਾਣ ਦੀ ਬਜਾਏ ਕੱਢੋ ਤਾਂ ਮੋਦੀ ਸਾਹਿਬ ਵੱਲ ਨੂੰ ਰੈਲੀ, ਜਾਂ ਫਿਰ ਤੁਹਾਡੀ ਆਪਣੀ ਪਾਰਟੀ ਨੇ, ਮੈਂ ਇੱਕ ਵਾਰ ਫੇਰ ਗੱਲ ਦੁਹਰਾਉਣਾ ਆ, ਹੋ ਸਕਦਾ ਹੈ ਕਿ ਸਿਕੰਦਰ ਸਿੰਘ ਮਲੂਕਾ ਜਿਹੜੇ ਆ ਉਹ ਉਹਨੇ ਬਹੁਤ ਕੁਝ ਇਹੋ ਜਿਹਾ ਕੀਤਾ ਹੋਵੇ ਪਿਛਲੇ ਸਮੇਂ ਦੇ ਵਿੱਚ, ਜਾਂ ਉਹਦੀ ਛਵੀ ਇਦਾਂ ਦੀ ਬਣੀ ਹੋਵੇ ਕਿ ਨਾਪਸੰਦ ਕੀਤਾ ਜਾਣ ਵਾਲਾ ਲੀਡਰ ਹੋਵੇ, ਪਰ ਇੱਕ ਵੱਡੀ ਗੱਲ ਉਹ ਕਹਿ ਗਿਆ ਪਿਛਲੇ ਦਿਨੀ ਕਿ ਅਸੀਂ ਕਿਸਾਨਾਂ ਨੂੰ ਕਾਹਤੋਂ ਧੁੱਪ 'ਚ ਸਾੜਦੇ ਹਾਂ, ਲੋਕਾਂ ਨੂੰ ਕਾਹਤੋਂ ਧਰਨੇ ਪ੍ਰਦਰਸ਼ਨ ਕਰਕੇ ਤੰਗ ਪਰੇਸ਼ਾਨ ਕਰਦੇ ਆ। ਚਲੋ ਜਿੰਨੇ ਪੰਜਾਬ ਦੇ ਲੀਡਰ ਆ, ਚੁਣੇ ਹੋਏ ਵਿਧਾਇਕ, ਚੁਣੇ ਹੋਏ ਸਾਂਸਦ, ਸਾਬਕਾ ਸਾਂਸਦ, ਸਾਰੇ ਬਹਿਨੇ ਆ ਮੋਦੀ ਸਾਹਿਬ ਦੇ ਅੱਗੇ ਧਰਨੇ 'ਚ, ਭੁੱਖ ਹੜਤਾਲ, ਮਰਨ ਵਰਤ ਤੇ ਬੈਠਦੇ ਆ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਬੈਠਦੇ ਆ। ਅਸੀਂ ਉਹ ਕਹਿੰਦੇ ਪਿੱਛੇ ਬੈਠਾਂਗੇ। ਕਿਉਂ ਨਹੀਂ ਇਹ ਗੱਲ ਮੰਨ ਲਈ ਜਾਂਦੀ? ਕਿਉਂ ਨਹੀਂ ਜਾਂਦੇ ਭਾਈ ਉੱਥੇ ਧਰਨੇ ਲਾਓ ਦਿੱਲੀ ਦੇ ਵਿੱਚ ਜਾ ਕੇ? ਕਾਨੂੰਨ ਤਾਂ ਦਿੱਲੀ ਵਾਲਿਆਂ ਨੇ ਬਣਾਇਆ ਆ, ਪੰਜਾਬ ਵਾਲਿਆਂ ਨੇ ਤਾਂ ਨਹੀਂ ਬਣਾਇਆ ਇਹ ਕਾਨੂੰਨ, ਪੰਜਾਬ ਵਾਲਿਆਂ ਨੇ ਤਾਂ ਨਹੀਂ ਇਹ ਕਿਸਾਨਾਂ ਦੇ ਉੱਤੇ ਥੋਪਿਆ ਜੋ ਕੁਝ ਤੁਸੀਂ ਇਸ ਵੇਲੇ ਜਿਹਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹੋ। ਇਹ ਸਿਰਫ ਤੇ ਸਿਰਫ ਵੋਟ ਬੈਂਕ ਦੀ ਪੋਲਿਟਿਕਸ ਹੋ ਰਹੀ ਆ। ਹਰ ਸਿਆਸੀ ਧਿਰ ਚਾਹੁੰਦੀ ਹੈ ਕਿ ਮੇਰੀ ਜ਼ਮੀਨ ਜਿਹੜੀ ਆ ਸਿਆਸੀ ਉਹ ਮੇਰੇ ਪੈਰਾਂ ਹੇਠੋਂ ਕਿਤੇ ਖਿਸਕ ਨਾ ਜਾਵੇ, ਕਿਤੇ ਮੈਂ 2022 ਦੀਆਂ ਚੋਣਾਂ ਦੇ ਵਿੱਚ ਮੁਕਾਬਲੇ ਚੋਂ ਬਾਹਰ ਨਾ ਹੋ ਜਾਵਾਂ। ਇਹੀ ਲੜਾਈ ਚੱਲਦੀ ਹੈ ਤੇ ਕਿਤੇ ਇਹ ਲੜਾਈ ਇੱਥੋਂ ਤੱਕ ਸੀਮਤ ਨਹੀਂ ਹੈ। ਮੈਂ ਤੁਹਾਨੂੰ ਦੱਸ ਦੇਣਾ ਆਉਣ ਵਾਲੇ ਦਿਨਾਂ 'ਚ ਖਤਰਨਾਕ ਪ੍ਰਸਥਿਤੀਆਂ ਵੀ ਬਣ ਸਕਦੀਆਂ ਇਹਨਾਂ ਦੀ ਸਿਆਸੀ ਖਹਿਬਾਜ਼ੀ ਦਾ ਕਰਕੇ। ਅੰਮ੍ਰਿਤਸਰ ਦੀ ਗੱਲ ਤੁਹਾਨੂੰ ਕੱਲ ਦੱਸ ਦਿੰਦਾ, ਅੰਮ੍ਰਿਤਸਰ ਦੇ ਵਿੱਚ ਕੀ ਵਾਪਰਿਆ। ਤਰੁਣ ਚੁੱਘ ਨੂੰ ਜਿਹੜਾ ਹੈ ਉਹ ਰਾਸ਼ਟਰੀ ਜਨਰਲ ਸਕੱਤਰ ਬਣਾਇਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਵਾਪਸ ਪੰਜਾਬ ਆਉਣਾ ਸੀਗਾ। ਉਹਨਾਂ ਦੀ ਆਮਦ ਦੇ ਵਿੱਚ ਭਾਜਪਾਈਆਂ ਨੇ ਸਵਾਗਤੀ ਰੈਲੀ ਅੰਮ੍ਰਿਤਸਰ ਦੇ ਵਿੱਚ, ਕਾਂਗਰਸ ਵਾਲੇ ਇਕੱਠੇ ਹੋ ਗਏ, ਯੂਥ ਕਾਂਗਰਸ ਵਾਲੇ ਉੱਥੇ ਕਾਲੀਆਂ ਝੰਡੀਆਂ ਦਿਖਾਉਣ ਲਈ, ਆਪਸ ਦੇ ਵਿੱਚ ਜਿਹੜੀ ਆ ਉਹ ਕਹਾ ਸੁਣੀ ਹੋਈ, ਗੱਲ ਡਾਂਗਾ ਸੋਟਿਆਂ ਤੱਕ ਪਹੁੰਚ ਗਈ ਤੇ ਬਲਪ੍ਰੀਤ ਰੋਜਰ ਜਿਹੜਾ ਕਾਂਗਰਸ ਦਾ ਯੂਥ ਦਾ ਸਕੱਤਰ ਆ ਉਹਦਾ ਸਿਰ ਪਾਟ ਗਿਆ। ਇਹ ਜਿਹੜੇ ਇਹਨਾਂ ਦੇ ਆਪਣੇ ਕਾਟੋ ਕਲੇਸ਼ ਹੈ ਨਾ, ਇਹਨਾਂ ਕਾਟੋ ਕਲੇਸ਼ਾਂ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਲੜਾਈ ਇਹਨਾਂ ਦੀ ਸਾਰੀ ਸਿਆਸੀ ਹੈ, ਲੜਾਈ ਇਹਨਾਂ ਦੀ ਸਾਰੀ ਵੋਟ ਬੈਂਕ ਦੀ ਹੈ। ਕਿਸਾਨ ਦੇ ਲੜਾਈ ਲਈ ਲੜਾਈ ਲੜਦਾ ਕੋਈ ਵੀ ਨਜ਼ਰ ਨਹੀਂ ਆ ਰਿਹਾ, ਕਿਉਂਕਿ ਇਹ ਚੁਣੇ ਹੋਏ ਨੁਮਾਇੰਦੇ ਨੇ ਭਾਈ। ਇਹਨਾਂ ਦੀ ਲੜਾਈ ਕਿੱਥੇ ਹੋਣੀ ਆ? ਤੁਹਾਡੀ ਸੰਸਦ 'ਚ ਲੜਾਈ ਹੋਣੀ ਸੀ, ਤੁਸੀਂ ਸੰਸਦ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨੀ ਸੀ। ਸੰਸਦ ਦੇ ਵਿੱਚ ਨਹੀਂ ਗੱਲ ਸੁਣੀ ਜਾਂਦੀ, ਸੰਸਦ ਦੇ ਬਾਹਰ ਧਰਨੇ ਤੇ ਜਾ ਕੇ ਬਹਿ ਜਾਓ, ਸਮਝਾਓ, ਗੱਲ ਪਹੁੰਚਾਓ, ਰਾਸ਼ਟਰੀ ਚੈਨਲਾਂ ਦੇ ਰਾਹੀਂ ਪਹੁੰਚਾਓ। ਨਹੀਂ ਸੁਣੀ ਜਾਂਦੀ ਘੱਟੋ ਘੱਟ ਫੇਰ ਭਾਈ ਜੇ ਤੁਹਾਡੀ ਨਹੀਂ ਸੁਣਦੀ, ਚੁਣੇ ਹੋਏ ਨੁਮਾਇੰਦਿਆਂ ਦੀ ਸਰਕਾਰ ਨਹੀਂ ਗੱਲ ਸੁਣਦੀ, ਅਸਤੀਫੇ ਦਿਓ ਤੇ ਬਾਹਰ ਆ ਜਾਓ। ਕਹਿ ਦਿਓ ਠੀਕ ਆ ਤੁਸੀਂ ਚਲਾਓ ਜਿੱਦਾਂ ਚਲਾਉਣਾ, ਫਿਰ ਅਸੀਂ ਆਪਣੇ ਤਰੀਕੇ ਨਾਲ ਦੇਖਦੇ, ਅਸੀਂ ਤਾਂ ਸੰਘਰਸ਼ ਕਰਾਂਗੇ ਆਪਣੇ ਹੱਕਾਂ ਦੇ ਲਈ। ਨਹੀਂ ਕਰਨਾ। ਜਿਹੜੀ ਚੀਜ਼ ਜਿਹੜੀ ਆ ਹੁਣ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਸਾਂਸਦ ਤਾਂ ਆਪਾਂ ਹੈਗੇ ਹੀ ਆ, ਕੋਈ ਨਾ ਉਹਦੀਆਂ ਪੈਨਸ਼ਨਾਂ, ਉਹਦੀਆਂ ਤਨਖਾਹਾਂ ਜਿਹੜੀਆਂ ਉਹ ਤਾਂ ਆਪਾਂ ਨੂੰ ਆਉਂਦੀਆਂ ਹੀ ਆ। ਉਹ ਚੀਜ਼ਾਂ, ਉਹ ਸੁਵਿਧਾਵਾਂ ਵੀ ਇਹਨਾਂ ਨੇ ਨਹੀਂ ਛੱਡਣੀਆਂ। ਇਹ ਸਿਆਸੀ ਪਾਰਟੀਆਂ ਆਪਣੀ ਲੜਾਈ ਲੜਦੀਆਂ। ਹੁਣ ਕੱਲ ਕੀ ਹੋਇਆ ਪਤਾ ਸੀ, ਧਾਰਾ 144 ਲੱਗੀ ਹੈ, ਪਤਾ ਸੀਗਾ ਅਕਾਲੀ ਦਲ ਨੂੰ ਕਿ ਸਾਨੂੰ ਚੰਡੀਗੜ੍ਹ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਣਾ, ਕਿਉਂਕਿ ਸਾਰਾ ਕੁਝ ਏਦਾਂ ਹੀ ਹੁੰਦਾ ਵਾਪਰਦਾ ਆ। ਤੇ ਉੱਥੇ ਇੱਕੋ ਹੀ ਚੀਜ਼ ਸੀ, ਅਸੀਂ ਪਹਿਲਾਂ ਜਾਣਦੇ ਸੀਗੇ ਕਿ ਸੰਭਾਵਨਾ ਇਹੀ ਹੋਣੀ ਆ ਕਿ ਟਕਰਾਅ ਹੋਏਗਾ, ਧੱਕਾ ਮੁੱਕੀ ਥੋੜੀ ਬਹੁਤੀ ਹੋਏਗੀ, ਤੇ ਫਿਰ 2-4 ਜਿਹੜੇ ਜਾਣਗੇ ਰਾਜਪਾਲ ਨੂੰ ਆਪਣਾ ਮੰਗ ਪੱਤਰ ਸੌਂਪ ਆਉਣਗੇ। ਤੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿਹੜੀ ਇੰਟਰਵਿਊ ਕੀਤੀ ਗਈ ਕੱਲ, ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਥਾਣੇ 17 ਸੈਕਟਰ ਦੇ ਥਾਣੇ ਦੇ ਵਿੱਚ ਨੀਲ ਭਲਿੰਦਰ ਹੋਰੀ ਜਿਹੜੇ ਸਾਡੇ ਟੀਮ ਮੈਂਬਰ ਨੇ, ਸੀਨੀਅਰ ਪੱਤਰਕਾਰ ਨੇ, ਉਹਨਾਂ ਨੇ ਇੰਟਰਵਿਊ ਕੀਤੀ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਧੱਕੇ ਨਾਲ ਖਿੱਚ ਕੇ ਇਹਨਾਂ ਨੇ ਗ੍ਰਿਫਤਾਰ ਕੀਤਾ ਹੈ। ਉਹ ਕਹਿੰਦੇ ਅਸੀਂ ਤੇ ਚੰਡੀਗੜ੍ਹ ਦੀ ਸਰਹੱਦ 'ਚ ਦਾਖਲ ਹੀ ਨਹੀਂ ਹੋਏ ਸੀਗੇ, ਖਿੱਚਿਆ ਸਾਨੂੰ ਬੈਰੀਕੇਡ ਹਟਾ ਕੇ ਤੇ ਗ੍ਰਿਫਤਾਰ ਕਰਕੇ ਲੈ ਗਏ। ਬੀਬਾ ਜੀ ਇਹ ਸਾਰਾ ਕੁਝ ਹੁੰਦਾ ਆ। ਫਿਰ ਉਹ ਕਹਿੰਦੇ ਜੀ ਬਹੁਤ ਜ਼ੁਲਮ ਕੀਤਾ, ਡਾਂਗਾਂ ਭਰਾਈਆਂ, ਆਹ ਕਰਤਾ, ਸਾਡੇ ਵਰਕਰਾਂ ਨੂੰ ਕੁੱਟਿਆ, ਏਦਾਂ ਹੋ ਗਈ, ਓਦਾਂ ਹੋ ਗਈ। ਜਦੋਂ ਇਹਨਾਂ ਦੀ ਸਰਕਾਰ ਸੀ ਉਹ ਕਹਿੰਦੇ ਅਸੀਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸੀ। ਜਦੋਂ ਇਹਨਾਂ ਦੀ ਸਰਕਾਰ ਸੀ, ਚੇਤੇ ਹੋਣਾ ਨਾ, ਉਦੋਂ ਅਧਿਆਪਕ ਜਥੇਬੰਦੀਆਂ ਸੰਘਰਸ਼ ਕਰਦੀਆਂ ਹੁੰਦੀਆਂ ਸੀ। ਜਿਸ ਸਿਕੰਦਰ ਸਿੰਘ ਮਲੂਕਾ ਦਾ ਮੈਂ ਪਹਿਲਾਂ ਜ਼ਿਕਰ ਕੀਤਾ, ਉਹਨਾਂ ਦੇ ਬਿਆਨ ਦੀ ਤਾਰੀਫ ਕੀਤੀ ਨਾ, ਇਹੀ ਸਿਕੰਦਰ ਸਿੰਘ ਮਲੂਕਾ ਦੀਆਂ ਵੀਡੀਓ ਬਹੁਤ ਵਾਇਰਲ ਹੋਈਆਂ ਸੀ। ਉਹਨਾਂ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦੀ ਛਿੱਤਰ ਪਰੇਡ ਕਰਨ ਦੇ ਵਿੱਚ ਆਪ ਮੋਹਰੇ ਹੋ ਕੇ ਕੰਮ ਕਰ ਰਹੇ ਸੀ। ਇਹ ਆਪ ਲੱਗੇ ਹੋਏ ਸੀ ਪੁਲਿਸ ਵਾਲਿਆਂ ਦੇ ਨਾਲ। ਤੇ ਉਹ ਸਾਰਾ ਕੁਝ ਕਿਤੇ ਉਹ ਸ਼ਾਂਤਮਈ ਰੋਸ ਪ੍ਰਦਰਸ਼ਨ ਨਹੀਂ ਸੀ ਉਹਨਾਂ ਦੇ, ਉਹ ਆਪਣੇ ਹੱਕਾਂ ਲਈ ਆਵਾਜ਼ ਨਹੀਂ ਬੁਲੰਦ ਕਰਦੇ ਸੀ। ਤੁਸੀਂ ਆਪਣੇ ਰਾਜ ਦੇ ਵਿੱਚ ਕੀ ਕੁਝ ਕੀਤਾ ਆ, ਥੋੜਾ ਜਿਹਾ ਉਸ ਗੱਲ ਨੂੰ ਵੀ ਚੇਤੇ ਕਰ ਲੈਣਾ ਚਾਹੀਦਾ। ਸੋ ਕੁੱਲ ਮਿਲਾ ਕੇ ਕੀ ਹੈ, ਭਾਵੇਂ ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ, ਲਾਹਨਤਾਂ ਜਿੰਨੀਆਂ ਮਰਜ਼ੀ ਇਹਨਾਂ ਨੂੰ ਪਾ ਲਈਏ, ਆਲੋਚਨਾ ਜਿੰਨੀ ਮਰਜ਼ੀ ਇਹਨਾਂ ਦੀ ਕਰ ਲਈਏ, ਇਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ, ਜਿੰਨੀ ਮਰਜ਼ੀ ਚਰਚਾ ਕਰ ਲਈਏ ਮਨਦੀਪ ਜੀ, ਭਾਵੇਂ 1 ਘੰਟਾ ਇਹਨਾਂ ਦੇ ਉੱਤੇ ਲੱਗੇ ਰਹੀਏ, ਸਿੱਟਾ ਕੀ ਨਿਕਲਣਾ? ਇਹੀ ਕਿ ਸਿਰਫ ਸਿਆਸੀ ਡਰਾਮੇਬਾਜ਼ੀ ਹੋ ਰਹੀ ਹੈ। ਕਿਸਾਨ ਦੇ ਹਿੱਤ, ਕਿਸਾਨ ਦੇ ਹੱਕ ਦੀ ਗੱਲ ਤਾਂ ਕੋਈ ਕਰਦਾ
ਨਜ਼ਰ ਹੀ ਨਹੀਂ ਆ ਰਿਹਾ। ਜੀ ਬਿਲਕੁਲ। ਅੱਛਾ ਸੁਰ ਜੀ, ਹੁਣ ਜਿਹੜੇ ਰਾਹੁਲ ਗਾਂਧੀ ਹੁਣੀ ਆ ਰਹੇ ਨੇ, ਇਹਨਾਂ ਦਾ ਕੀ ਪ੍ਰੋਗਰਾਮ ਹੈ ਇਸ ਵਕਤ ਪੰਜਾਬ ਦੇ ਵਿੱਚ? ਕੱਲ ਆ ਰਹੇ ਨੇ ਰਾਹੁਲ ਗਾਂਧੀ ਹੋਰੀ, ਔਰ ਕੋਸ਼ਿਸ਼ ਇਹੀ ਰੱਖੀ ਗਈ ਹੈ ਕਿ ਪਹਿਲਾਂ ਤਾਂ ਸੀਗਾ ਕਿ ਵੱਖ-ਵੱਖ ਮਾਝੇ ਦੇ ਵਿੱਚ ਵੀ ਜਾਣਾ ਹੈ ਤੇ ਮਾਲਵੇ ਦੇ ਵਿੱਚ ਵੀ ਜਾਣਾ ਤੇ ਲੰਬਾ ਟੂਰ ਬਣਾ ਕੇ ਫਿਰ ਉਸ ਤੋਂ ਬਾਅਦ ਸ਼ੰਭੂ ਬਾਰਡਰ ਤੱਕ ਪੰਜਾਬ ਦਾ ਜਿਹੜਾ ਉਹ ਮਾਰਚ ਆ ਉਹ ਖਤਮ ਕਰਨਾ ਤੇ ਸ਼ੰਭੂ ਬਾਰਡਰ ਤੋਂ ਅੱਗੇ ਹਰਿਆਣਾ ਕਾਂਗਰਸ ਜਿਹੜੀ ਆ ਉਹਨੂੰ ਅੱਗੇ ਕੈਰੀ ਕਰੇਗੀ ਤੇ ਰਾਹੁਲ ਗਾਂਧੀ ਉੱਥੋਂ ਫਿਰ ਹਰਿਆਣੇ ਦੇ ਵਿੱਚ ਜਾਣਗੇ। ਹਰਿਆਣੇ ਤੋਂ ਗਾਂ ਫਿਰ ਦਿੱਲੀ ਤੱਕ ਇਸ ਮਾਰਚ ਨੂੰ ਲਿਜਾਇਆ ਜਾਏਗਾ। ਹੁਣ ਪਤਾ ਲੱਗਾ ਕਿ ਰਾਹੁਲ ਗਾਂਧੀ ਦੇ ਇਸ ਮਾਰਚ ਨੂੰ, ਟਰੈਕਟਰ ਮਾਰਚ ਨੂੰ ਜਿਹੜਾ ਆ ਉਹ ਮਾਲਵੇ ਦੇ ਵਿੱਚ ਜ਼ਿਆਦਾ ਫੋਕਸ ਕੀਤਾ ਜਾ ਰਿਹਾ, ਕਿਉਂਕਿ ਮਾਲਵੇ ਦੇ ਵਿੱਚ ਕਿਸਾਨ ਥੋੜਾ ਜਿਹਾ ਜ਼ਿਆਦਾ ਤਿੱਖਾ ਸੰਘਰਸ਼ ਕਰ ਰਿਹਾ ਹੈ। ਮਾਲਵੇ ਦੇ ਜੀ ਕਿਸਾਨ ਜਿਹੜੇ ਆ ਉਹ ਜ਼ਿਆਦਾ ਵੱਡੇ ਪੱਧਰ ਤੇ ਨਿਕਲ ਕੇ ਸਾਹਮਣੇ ਆ ਰਹੇ ਨੇ। ਹਾਲਾਂਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਦੁਆਬੇ ਵਾਲੇ ਘੱਟ ਨੇ ਤੇ ਮਾਝੇ ਵਾਲੇ ਲੜਾਈ ਨਹੀਂ ਲੜ ਰਹੇ, ਉਹ ਵੀ ਲੜ ਰਹੇ ਨੇ, ਪਰ ਮਾਲਵੇ ਦੇ ਵਿੱਚ ਜਿਹੜਾ ਉਹ ਕਿਸਾਨ ਬਹੁਤਾਤ ਦੇ ਵਿੱਚ ਹੈ। ਦੁਆਬਾ ਜਿਹੜਾ ਥੋੜਾ ਜਿਹਾ NRI ਬੈਲਟ ਆ, ਕਿਤੇ ਨਾ ਕਿਤੇ ਇਸ ਗੱਲ ਦਾ ਫਰਕ ਪੈ ਜਾਂਦਾ ਹੈ ਇਸ ਚੀਜ਼ ਦੇ ਉੱਤੇ, ਤੇ ਇਸ ਕਰਕੇ ਮਾਲਵੇ ਦੇ ਵਿੱਚ ਹੀ ਕੱਲ ਜਿਹੜਾ ਆ ਉਹਨੂੰ ਸੀਮਤ ਰੱਖਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਆ। ਆਹੀ ਜੋ ਕੁਝ ਕੱਲ ਅਕਾਲੀ ਦਲ ਦੀ ਰੈਲੀ ਦੇ ਵਿੱਚ ਹੋਇਆ, ਕੁਝ ਉਦਾਂ ਦੀਆਂ ਤਸਵੀਰਾਂ ਜਿਹੜੀਆਂ ਲਗਭਗ ਦੇਖਣ ਨੂੰ ਮਿਲ ਜਾਣਗੀਆਂ ਕਾਂਗਰਸ ਦੀ ਰੈਲੀ ਦੇ ਵਿੱਚ। ਫਰਕ ਇਹ ਹੋਏਗਾ ਕਿ ਹੋ ਸਕਦਾ ਆ ਇੱਥੇ AC ਗੱਡੀਆਂ ਸੀਗੀਆਂ, ਉੱਥੇ ਟਰੈਕਟਰ ਜਿਹੜੇ ਆ ਉਹ ਰੱਖ ਲਏ ਜਾਣ। ਕਾਂਗਰਸ ਥੋੜਾ ਜਿਹਾ ਆਪਣੇ ਆਪ ਨੂੰ ਜ਼ਿਆਦਾ ਸਖਤ ਜਾਨ ਦਿਖਾਉਣ ਦੀ ਕੋਸ਼ਿਸ਼ ਕਰੇ ਤੇ ਕੁੱਲ ਮਿਲਾ ਕੇ ਬਾਅਦ ਚ ਤਾਂ ਸਾਨੂੰ ਪਤਾ ਹੀ ਆ ਰਹਿਣਾ ਏਸੀਆਂ ਦੇ ਵਿੱਚ ਹੀ ਇਹਨਾਂ ਨੇ। ਕਿਤੇ ਕਿਸਾਨਾਂ ਦੇ ਨਾਲ ਏਦਾਂ ਨੰਗੇ ਧੜ ਜਿੱਦਾਂ ਉਹ ਲੜਦੇ ਆ, ਇਹਨਾਂ ਦੇ ਵਿੱਚ ਲੜਨ ਦੀ ਨਾ ਤਾਂ ਤਾਕਤ ਹੈ ਤੇ ਨਾ ਇਹਨਾਂ ਦੇ ਅੰਦਰ ਨੀਅਤ ਹੈ। ਸੋ ਕੁੱਲ ਮਿਲਾ ਕੇ ਸਿਆਸੀ ਪਰਿਸਥਿਤੀ ਜਿਹੜੀ ਆ ਉਹ ਇਹੋ ਜਿਹੀ ਆ। ਸੋ ਨਾਲ ਦੀ ਨਾਲ ਮਨਦੀਪ ਜੀ ਇੱਕ ਗੱਲ ਹੋਰ ਮੈਂ ਕਰਨੀ ਚਾਹੁੰਦਾ ਕਿ ਸਿਆਸੀ ਪਰਿਸਥਿਤੀਆਂ ਦੀ ਜਦੋਂ ਗੱਲ ਕਰਦੇ ਨੇ, ਮੈਨੂੰ ਪਤਾ ਨਹੀਂ ਕਿਉਂ ਇਸ ਵਾਰ ਅਮਰੀਕਾ ਬੜਾ ਯਾਦ ਆਉਂਦਾ ਹੈ। ਮੈਂ ਗਿਆ ਨਹੀਂ ਅਮਰੀਕਾ, ਪਰ ਕਿਉਂਕਿ ਸਿਆਸੀ ਮਾਹੌਲ ਉੱਥੇ ਭਖਿਆ ਹੋਇਆ ਆ, ਇਸ ਕਰਕੇ ਇੱਥੇ ਦਾ ਸਿਆਸੀ ਮਾਹੌਲ ਦੇਖਦਾ ਤੇ ਉੱਥੇ ਦਾ ਸਿਆਸੀ ਮਾਹੌਲ ਦੇਖਦਾ, ਕਿੰਨੀਆਂ ਸਾਰੀਆਂ ਗੱਲਾਂ ਰਲਗੱਡ ਹੋਈਆਂ ਵੀ ਨਜ਼ਰ ਆਉਂਦੀਆਂ। ਸਾਡੇ ਇੱਥੇ ਜਦੋਂ ਵੋਟਾਂ ਆਉਂਦੀਆਂ ਨੇ ਤੇ ਲੀਡਰਾਂ ਦੀ ਕੋਸ਼ਿਸ਼ ਹੁੰਦੀ ਹੈ, ਖਾਸ ਤੌਰ ਤੇ ਜਿਹੜੀ ਸੱਤਾ 'ਚ ਧਿਰ ਹੁੰਦੀ ਉਹਦੀ ਕੋਸ਼ਿਸ਼ ਹੁੰਦੀ ਹੈ ਮੈਂ ਕੁਝ ਨਾ ਕੁਝ ਦੇ ਦੇਵਾਂ ਲੋਕਾਂ ਨੂੰ, ਵੰਡ ਦੇਵਾਂ, ਕਿਸੇ ਚੀਜ਼ ਦਾ ਨੀਂਹ ਪੱਥਰ ਰੱਖ ਦੇਵਾਂ, ਤੇ ਜਿਹਦੇ ਨਾਲ ਲੋਕਾਂ ਦੇ ਵਿੱਚ ਇਹ ਸਵਿਚ ਵਧੀਆ ਕਰਦੇ ਪਏ। ਪਤਾ ਲੱਗਾ ਕਰੋਨਾ ਵਾਇਰਸ ਨੂੰ ਲੈ ਕੇ ਟਰੰਪ ਸਾਹਿਬ ਵੀ ਕਹਿੰਦੇ ਸੀਗੇ ਕਿ ਚੋਣਾਂ ਤੋਂ ਪਹਿਲਾਂ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਵੈਕਸੀਨ ਵੰਡ ਦੇਵਾਂ ਲੋਕਾਂ ਦੇ ਵਿੱਚ, ਬੱਲੇ ਬੱਲੇ ਕਰਾ ਲਵਾਂ ਤਾਂ ਕਿ ਚੋਣਾਂ ਦੇ ਵਿੱਚ ਉਹਦਾ ਫਾਇਦਾ ਮਿਲ ਸਕੇ। ਪਰ ਪਤਾ ਲੱਗਾ ਕਿ ਉਹਨਾਂ ਦਾ ਇਹ ਸੁਪਨਾ ਜਿਹੜਾ ਆ ਉਹ ਚਕਨਾਚੂਰ ਹੁੰਦਾ ਨਜ਼ਰ ਆ ਰਿਹਾ ਹੈ। ਜੀ ਬਿਲਕੁਲ, ਕਿਉਂਕਿ ਕਰੋਨਾ ਵਾਇਰਸ ਕਾਰਨ ਇਸ ਸਾਲ ਕਿਉਂਕਿ ਹੁਣ ਚੋਣਾਂ ਸੀਗੀਆਂ ਤੇ ਇਸੇ ਸਾਲ ਹੀ ਕਰੋਨਾ ਵਾਇਰਸ ਦਾ ਕਹਿਰ ਆ ਗਿਆ, ਔਰ ਸੁੱਖ ਨਾਲ ਜਦੋਂ ਕਰੋਨਾ ਵਾਇਰਸ ਆਇਆ ਤਾਂ ਟਰੰਪ ਸਾਹਿਬ ਆਪਣੀ ਤਿਆਰੀ ਵਿੱਚ ਲੱਗੇ ਹੋਏ ਸੀ। ਉਹਨਾਂ ਨੇ ਪੂਰੀ ਆਪਣੀ ਜਿਹੜੀ ਉਹ ਤਿਆਰੀ ਕੀਤੀ ਹੋਈ ਸੀ ਵੀ ਕਿਸ ਤਰ੍ਹਾਂ, ਕਿਉਂਕਿ ਤੁਸੀਂ ਦੇਖਿਆ ਕਿ ਜਦੋਂ ਫਰਵਰੀ ਵਿੱਚ ਕਰੋਨਾ ਵਾਇਰਸ ਸ਼ੁਰੂਆਤ ਹੁੰਦੀ ਹੈ ਇਹਨਾਂ ਮੁਲਕਾਂ ਦੇ ਵਿੱਚ, ਉਦੋਂ ਟਰੰਪ ਸਾਹਿਬ ਇੰਡੀਆ ਸੀ, ਉਦੋਂ ਉਸ ਵਕਤ ਕਾਫੀ ਨਾਅਰੇ ਵੱਡੇ ਵੱਡੇ ਸਮਾਗਮ ਕੀਤੇ ਜਾ ਰਹੇ ਸੀ। ਤੇ ਜਦੋਂ ਕਰੋਨਾ ਵਾਇਰਸ ਦਾ ਕਹਿਰ ਚੱਲ ਪਿਆ ਉਸ ਵਕਤ ਸਭ ਤੋਂ ਵੱਧ ਜਿਹੜਾ ਕਹਿਰ ਇਸ ਵਕਤ ਦੁਨੀਆ ਦਾ ਅਮਰੀਕਾ ਵਿੱਚ ਆ, ਔਰ ਟਰੰਪ ਹੁਣਾਂ ਕੋਲੋਂ ਸੰਭਲਿਆ ਨਹੀਂ। ਤੁਸੀਂ ਦੇਖ ਰਹੇ ਹੋ ਕਿ ਕੀ ਹਾਲਾਤ ਬਣੇ ਆ, ਲਗਭਗ 2 ਲੱਖ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਆ। 2 ਲੱਖ ਮੇਰੇ ਖਿਆਲ ਨਾਲ ਮੂੰਹ ਦਾ ਕਹਿਣ ਹੁੰਦਾ, ਕਿਸੇ ਜੰਗ ਦੇ ਵਿੱਚ ਇੰਨੇ ਲੋਕ ਅਮਰੀਕਾ ਦਾ ਨੁਕਸਾਨ ਨਹੀਂ ਹੋਇਆ ਜਿੰਨਾ ਇਸ ਵਕਤ ਇਹਨਾਂ 6-7 ਮਹੀਨਿਆਂ ਵਿੱਚ 2 ਲੱਖ ਲੋਕਾਂ ਦੀ ਮੌਤ ਹੋ ਗਈ ਆ। ਸੋ ਅਖੀਰਲਾ ਹਥਿਆਰ ਇਹ ਸੀ ਕਿ ਕਿਸੇ ਨਾ ਕਿਸੇ ਤਰੀਕੇ ਵੈਕਸੀਨ ਲਿਆ ਕੇ ਜਿਹੜਾ ਰਿਕਵਰੀ ਕੀਤੀ ਜਾਵੇ, ਜਿਹੜਾ ਪੋਲੀਟੀਕਲੀ ਡੈਮੇਜ ਹੋਇਆ ਉਹਨੂੰ ਰਿਕਵਰ ਕੀਤਾ ਜਾਵੇ। ਸੋ ਟਰੰਪ ਸਾਹਿਬ ਦਾ ਕਈ ਵਿਗਿਆਨੀਆਂ ਨਾਲੋਂ ਵੀ ਜ਼ਿਆਦਾ ਜ਼ੋਰ ਲੱਗਿਆ ਹੋਇਆ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਵੈਕਸੀਨ ਬਣ ਜਾਵੇ। ਕਈ ਕੰਪਨੀਆਂ ਨੂੰ ਮੋਟੀ ਫੰਡਿੰਗ ਵੀ ਕੀਤੀ ਗਈ, ਔਰ ਖਾਸ ਕਰਕੇ ਜਿਹੜੀ ਇਸ ਵਕਤ ਕੰਪਨੀ ਇੱਥੇ ਅਮਰੀਕਾ ਦੇ ਵਿੱਚ ਦਵਾਈ ਬਣਾ ਰਹੀ ਆ, ਮਾਡਰਨ ਕੰਪਨੀ ਦਾ ਨਾਮ ਆ, ਉਹਦੇ ਸਿਰ ਤੇ ਵੜਕਾਂ ਮਾਰੀਆਂ ਜਾ ਰਹੀਆਂ ਸੀ ਕਿ ਇਲੈਕਸ਼ਨ ਤੋਂ ਪਹਿਲਾਂ, ਇਲੈਕਸ਼ਨ ਵਾਲੇ ਦਿਨ ਤੋਂ ਪਹਿਲਾਂ ਜਿਹੜੀ ਆ ਉਹ ਵੈਕਸੀਨ ਆ ਜਾਊਗੀ, ਲੋਕਾਂ 'ਚ ਵੰਡੀ ਜਾਊਗੀ, ਤਿਆਰੀ ਹੋ ਚੁੱਕੀ ਆ, ਬਸ ਅਖੀਰਲਾ ਫਾਰਮੂਲਾ ਬਣਨਾ ਤਿਆਰੀ ਆ, ਆਖਰੀ ਪੜਾਅ ਦੇ ਟਰਾਇਲ ਹੋ ਰਹੇ ਆ। ਪਰ ਉਸ ਕੰਪਨੀ ਨੇ ਇੱਕ ਝਟਕਾ ਦਿੱਤਾ ਆ, ਔਰ ਉਹਨਾਂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਸੰਭਵ ਨਹੀਂ ਗਾ ਕਿ 3 ਨਵੰਬਰ, ਕਿਉਂਕਿ 3 ਨਵੰਬਰ ਨੂੰ ਚੋਣਾਂ ਆ, ਕਿ 3 ਨਵੰਬਰ ਤੋਂ ਪਹਿਲਾਂ ਵੈਕਸੀਨ ਨਹੀਂ ਆ ਸਕਦੀ, ਕਿਉਂਕਿ ਹਲੇ ਹੋਰ ਟਾਈਮ ਲੱਗੂਗਾ। ਜੇ ਤੁਸੀਂ ਚਾਹੁੰਦੇ ਆ ਕਿ ਸੁਰੱਖਿਅਤ ਤੇਰੀ ਪ੍ਰਭਾਵੀ ਵੈਕਸੀਨ ਆਵੇ, ਸੋ ਉਹ 3 ਨਵੰਬਰ ਤੋਂ ਪਹਿਲਾਂ ਤਾਂ ਨਹੀਂ ਆ ਸਕਦੀ। ਸੋ ਇਸ ਕਰਕੇ ਕਿਤੇ ਨਾ ਕਿਤੇ ਜਿਹੜੀ ਉਮੀਦ ਸੀ ਟਰੰਪ ਸਾਹਿਬ ਨੂੰ ਕਿ ਮੇਰੀ ਮੁਹਿੰਮ ਨੂੰ, ਸਿਆਸੀ ਮੁਹਿੰਮ ਨੂੰ ਹੁਲਾਰਾ ਮਿਲੂਗਾ, ਵੈਕਸੀਨ ਆਊਗੀ, ਤਾਂ ਉਹ ਜਿਹੜੀ ਹੈ ਟੁੱਟਦੀ ਨਜ਼ਰ ਆ ਰਹੀ ਹੈ। ਔਰ ਜਸਵੀਰ ਜੀ ਇੱਥੇ ਇੱਕ ਤਾਜ਼ਾ ਖਬਰ ਅੱਜ ਦੀ ਇਹ ਆ ਕਿ ਪਹਿਲਾਂ ਵੀ ਹਾਲਾਂਕਿ ਹੋ ਚੁੱਕਾ ਹੈ ਕਿ ਵਾਈਟ ਹਾਊਸ ਦੇ ਵਿੱਚ ਕਈ ਲੋਕ ਪਹਿਲਾਂ ਕਰੋਨਾ ਪੋਜ਼ਿਟਿਵ ਆ ਚੁੱਕੇ ਆ, ਜਿਹੜੇ ਟਰੰਪ ਪ੍ਰਸ਼ਾਸਨ ਦੇ ਅਹਿਮ ਅਧਿਕਾਰੀ ਆ, ਉਹਨਾਂ ਨੂੰ ਕੋਵਿਡ ਹੋ ਚੁੱਕਾ ਆ। ਉਸ ਤੋਂ ਬਾਅਦ ਕੀਤਾ ਇਹ ਗਿਆ ਸੀਗਾ ਕਿ ਹਰ ਰੋਜ਼ ਟੈਸਟ ਕੀਤੇ ਜਾਂਦੇ ਸੀ ਵਾਈਟ ਹਾਊਸ ਵਿੱਚ, ਜਿਹੜੇ ਰਾਸ਼ਟਰਪਤੀ ਦੇ ਨਜ਼ਦੀਕੀ ਨੇ ਟਰੰਪ ਉਹਨਾਂ ਦੇ, ਹਰ ਰੋਜ਼ ਉਹਨਾਂ ਦੇ ਕੋਵਿਡ ਟੈਸਟ, ਇੱਥੋਂ ਤੱਕ ਜਿਹੜੇ ਪੱਤਰਕਾਰ ਉਹਨਾਂ ਨਾਲ ਟਰੈਵਲ ਕਰਦੇ ਨੇ ਉਹਨਾਂ ਦੇ ਵੀ ਕੋਵਿਡ ਟੈਸਟ ਹੁੰਦੇ ਸੀ।
ਹੁਣ ਜਿੱਦਣ ਅਸੀਂ ਆਪਾਂ ਡਿਬੇਟ ਦੀ ਗੱਲ ਕੀਤੀ, ਹਲੇ ਕੱਲ ਪਰਸੋਂ ਵੀ ਡਿਬੇਟ ਹੋਈ ਸੀ। ਡਿਬੇਟ ਦੇ ਨਾਲ ਇੱਕ ਜੀ ਉਹਨਾਂ ਦੇ ਬਹੁਤ ਅਹਿਮ ਨਜ਼ਦੀਕੀ ਸੀਗੇ, ਜਿਹੜੇ ਉਹਨਾਂ ਨੂੰ ਕਾਉਂਸਲਰ ਕਹੇ ਜਾਂਦੇ ਆ, ਉਹਨਾਂ ਦੀ ਕਾਉਂਸਲਿੰਗ ਕਰਦੇ ਸੀ, ਉਹਨਾਂ ਦਾ ਕਰੋਨਾ ਟੈਸਟ ਅੱਜ ਪੋਜ਼ਿਟਿਵ ਆਇਆ। ਹਾਲਾਂਕਿ ਜਦੋਂ ਜੀ ਪੱਤਰਕਾਰਾਂ ਵੱਲੋਂ ਇਹ ਪੁੱਛਿਆ ਜਾਂਦਾ ਕਿ ਟਰੰਪ ਸਾਹਿਬ ਦਾ ਕੀ ਹਾਲ ਆ, ਉਹਨਾਂ ਦਾ ਕੋਵਿਡ ਟੈਸਟ ਹੋਇਆ, ਉਹਦਾ ਕੀ ਨਤੀਜਾ ਆ, ਉਹਦੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਇੰਨੇ ਕਲੈਰਿਟੀ ਨਾਲ ਨਹੀਂ ਦਿੱਤੇ ਜਾਂਦੇ ਕਿ ਟਰੰਪ ਸਾਹਿਬ ਠੀਕ ਹੈ, ਕਿਤੇ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਵਿਡ ਤਾਂ ਨਹੀਂ ਹੋਇਆ। ਕਿਉਂਕਿ ਇੱਕ ਰੈਲੀ ਹੋਈ ਸੀ, ਉਸ ਰੈਲੀ 'ਚ ਪੱਤਰਕਾਰਾਂ ਨੂੰ ਕਰੋਨਾ ਨਿਕਲਿਆ। ਟਰੰਪ ਸਾਹਿਬ ਦੇ ਕੋਲ ਕਰੋਨਾ ਬਹੁਤ ਜ਼ਿਆਦਾ ਤੁਰ ਰਿਹਾ, ਉਹਨਾਂ ਦੇ ਸਟਾਫ ਮੈਂਬਰਾਂ ਨੂੰ, ਪਰ ਕਦੇ ਇਹ ਕਲੈਰਿਟੀ ਨਹੀਂ ਹੋਈ ਕਿ ਆਖਰਕਾਰ ਟਰੰਪ ਸਾਹਿਬ ਦੀ ਰਿਪੋਰਟ ਕੀ ਆਈ ਹੈ। ਤਾਂ ਹੁਣ ਵੀ ਸਵਾਲ ਕੀਤੇ ਜਾ ਰਹੇ ਆ, ਤੇ ਜੀ ਅੱਜ ਖਾਸ ਕਰ ਜਦੋਂ, ਕਿਉਂਕਿ ਡਿਬੇਟ ਦੇ ਵਕਤ ਉਹ ਜਿਹੜੇ ਸੀਗੇ ਮੌਜੂਦ ਸੀ, ਉਹ ਹੋਪ ਨਾਮ ਉਹਨਾਂ ਨੂੰ ਦੱਸਿਆ ਜਾ ਰਿਹਾ, ਜਿਨ੍ਹਾਂ ਦੇ ਸਟਾਫ ਮੈਂਬਰ ਆ, ਸੀਨੀਅਰ ਕਾਉਂਸਲਰ ਦੀ ਇੱਕ ਨਜ਼ਦੀਕੀਆਂ ਚੋਂ ਨੇ। ਸੋ ਕਿਤੇ ਨਾ ਕਿਤੇ ਕਰੋਨਾ ਵਾਇਰਸ ਜਿਹੜਾ ਇਸ ਵਕਤ ਜਿਹੜੀ ਸਿਆਸੀ ਮੁਹਿੰਮ ਹੈ ਟਰੰਪ ਸਾਹਿਬ ਦੀ, ਉਹਨਾਂ ਦੇ ਜੜ੍ਹਾਂ 'ਚ ਬਹਿੰਦਾ ਦਿਖਾਈ ਦੇ ਰਿਹਾ। ਖੈਰ ਨਤੀਜਾ ਤਾਂ 3 ਨਵੰਬਰ ਨੂੰ ਆਊਗਾ ਕਿ ਕੀ ਬਣਦਾ ਆ, ਪਰ ਇਸ ਵਕਤ ਕਰੋਨਾ ਕਰਕੇ ਹਾਲਾਤ ਕਾਫੀ ਮਾੜੇ ਹੋਏ ਆ। ਬਿਲਕੁਲ, ਕੁੱਲ ਮਿਲਾ ਕੇ ਕਹਿ ਸਕਦੇ ਕਿ ਅਮਰੀਕਾ ਦੇ ਵਿੱਚ ਇੱਕ ਪਾਸੇ ਕਰੋਨਾ ਦਾ ਜ਼ੋਰ ਤੇ ਦੂਜੇ ਪਾਸੇ ਜਿਹੜਾ ਆ ਉਹ ਚੁਣਾਵੀ ਮਾਹੌਲ ਦਾ ਜ਼ੋਰ ਜਿਹੜਾ ਉਹ ਲਗਾਤਾਰ ਚੱਲਦਾ ਪਿਆ। ਇੱਕ ਚੀਜ਼ ਜੀ ਜ਼ਰੂਰ ਹੈ, ਜਿੱਦਾਂ ਮੈਂ ਸ਼ੁਰੂ 'ਚ ਵੀ ਗੱਲ ਕੀਤੀ ਸੀ, ਇਹ ਅਮਰੀਕਾ ਦੀ ਗੱਲ ਕਰਦੇ ਹਾਂ ਕਿ ਕੋਸ਼ਿਸ਼ਾਂ ਉਹੀ ਹੈ ਜਿੱਦਾਂ ਦੀਆਂ ਇੱਥੇ ਹੁੰਦੀਆਂ ਨੇ ਇਹਨਾਂ ਸਿਆਸੀ ਧਿਰਾਂ ਦੀਆਂ, ਕਿ ਅਸੀਂ ਜੀ ਚੋਣਾਂ ਤੋਂ ਐਨ ਪਹਿਲਾਂ ਕੁਝ ਨਾ ਕੁਝ ਇੱਦਾਂ ਦਾ ਜ਼ਰੂਰ ਕਰ ਗੁਜ਼ਰੀਏ ਕਿ ਜਿਹੜੀਆਂ ਸਥਿਤੀਆਂ ਸਾਰੀਆਂ ਸਾਡੇ ਪੱਖ ਦੇ ਵਿੱਚ ਹੋ ਜਾਣ। ਕਿਉਂਕਿ ਮੇਰਾ ਖਿਆਲ ਹੈ ਕਿ ਇਹ ਗੱਲ ਤਾਂ ਟਰੰਪ ਤੱਕ ਚੰਗੇ ਤਰੀਕੇ ਨਾਲ ਪਹੁੰਚ ਹੀ ਗਈ ਹੋਣੀ ਆ ਕਿ ਸਰਵੇ ਜਿਹੜੇ ਜੋ ਬਿਡੇਨ ਨੂੰ ਅੱਗੇ ਲਿਜਾ ਰਹੇ ਨੇ, ਸਰਵੇ ਜਿਹੜੇ ਆ ਉਹਨਾਂ ਨੂੰ ਪਿੱਛੇ ਦਿਖਾ ਰਹੇ ਨੇ ਟਰੰਪ ਹੋਰਾਂ ਨੂੰ, ਉਹਨਾਂ ਨੂੰ ਨੁਕਸਾਨ ਹੋ ਰਿਹਾ ਸਿਆਸੀ ਤੌਰ ਤੇ, ਔਰ ਵੱਧ ਵੀ ਹੋ ਸਕਦਾ ਨੁਕਸਾਨ ਜਿੰਨਾ ਅੰਦਾਜ਼ਾ ਲਾਇਆ ਜਾ ਸਕਦਾ। ਪਰਿਸਥਿਤੀਆਂ ਵੀ ਜੀ ਬਹੁਤੀਆਂ ਮਾਕੂਲ ਨਹੀਂ ਆ। ਸੋ ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਤਾਂ ਹੋਏਗਾ ਕਿ ਕੁਝ ਨਾ ਕੁਝ ਇੱਦਾਂ ਦਾ ਜ਼ਰੂਰ ਹੋ ਜਾਵੇ, ਵਾਪਰ ਜਾਵੇ, ਜਾਂ ਵੈਕਸੀਨ ਆ ਜਾਵੇ ਜਿਹਦੇ ਨਾਲ ਮੈਂ ਕਹਿ ਸਕਾਂ ਕਿ ਆਹ ਦੇਖੋ ਜੀ, ਮੈਂ ਅਮਰੀਕਾ ਨੂੰ ਬਚਾਉਣ ਲਈ ਆ ਸਾਰਾ ਕੁਝ ਕਰ ਦਿੱਤਾ ਤੇ ਹੁਣ ਮੇਰੇ ਪੱਖ 'ਚ ਹੀ ਵੋਟ ਪਾਈਓ। ਅਸਲ ਦੇ ਵਿੱਚ ਟਰੰਪ ਸਾਹਿਬ ਵੱਲੋਂ ਆਲਰੇਡੀ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਆ। ਹਾਲਾਂਕਿ ਉਹ ਪਤਾ ਨਹੀਂ ਉਹਨਾਂ ਦੀ ਮਾੜੀ ਕਿਸਮਤ ਕਹਿ ਲਈ ਜਾਂ ਕੀ ਕਹਿ ਲਈ, ਕਿਉਂਕਿ ਜਦੋਂ ਚੋਣਾਂ ਲੱਗ ਆਈਆਂ ਤਾਂ ਇੰਨੇ ਵੱਡੇ ਤੇ ਅਹਿਮ ਮਸਲੇ ਸੀ ਅਮਰੀਕਾ 'ਚ ਖੜੇ ਹੋ ਗਏ। ਪਹਿਲਾਂ ਤਾਂ ਕਰੋਨਾ ਵਾਇਰਸ ਦਾ ਸਭ ਤੋਂ ਵੱਧ ਕਹਿਰ ਜਿਹੜਾ ਸੀ ਉਹ ਪੈਦਾ ਹੋ ਗਿਆ। ਹਾਲਾਂਕਿ ਅਮਰੀਕਾ ਨੇ ਚੀਨ ਤੋਂ ਫਲਾਈਟਾਂ ਜਿਹੜੀਆਂ ਸੀ ਬੰਦ ਕਰ ਦਿੱਤੀਆਂ। ਉਹ ਪਹਿਲਾਂ ਅਮਰੀਕਾ ਤੇ ਆਸਟ੍ਰੇਲੀਆ ਨੇ ਇਹ ਫੈਸਲਾ ਲਿਆ ਸੀ, ਪਰ ਉਦੋਂ ਤੱਕ ਅਮਰੀਕਾ ਦੁਨੀਆ ਭਰ ਵਿੱਚ ਕਰੋਨਾ ਵਾਇਰਸ ਫੈਲ ਚੁੱਕਾ ਸੀ। ਔਰ ਨਿਊਯਾਰਕ ਦੇ ਗਵਰਨਰ ਨੇ ਖੁਦ ਮੰਨਿਆ, ਕਹਿੰਦੇ ਸਾਡੇ ਚੀਨ ਵੱਲੋਂ ਤਾਂ ਉਹਨਾਂ ਵਾਇਰਸ ਨਹੀਂ ਆਇਆ, ਪਰ ਸਾਡੇ ਯੂਰਪ ਵੱਲ ਦੀ ਹੋ ਕੇ ਉਦੋਂ ਜ਼ਿਆਦਾ ਵਾਇਰਸ ਆ ਗਿਆ, ਜਿਸ ਕਰਕੇ ਅਮਰੀਕਾ 'ਚ ਹਾਲਾਤ ਖਰਾਬ ਹੋਏ। ਸੋ ਕਿਤੇ ਨਾ ਕਿਤੇ ਜਿਹੜੀ ਸਥਿਤੀ ਦੀ ਸਮਝ ਨਹੀਂ ਲੱਗੀ, ਇਹਦੇ ਕਰਕੇ ਨਿਸ਼ਾਨਾ ਜਿਹੜਾ ਵੱਧ ਕੱਸਿਆ ਜਾ ਰਿਹਾ ਕਰੋਨਾ ਵਾਇਰਸ ਤੇ। ਔਰ ਟਰੰਪ ਸਾਹਿਬ ਕਹਿ ਰਿਹਾ ਕਿ ਜਿੰਨਾ ਇਕੋਨਮੀ ਨੂੰ ਮੈਂ ਬੂਸਟ ਕੀਤਾ, ਜਿੰਨੀਆਂ ਨੌਕਰੀਆਂ ਮੈਂ ਪੈਦਾ ਕੀਤੀਆਂ, ਔਰ ਜਿੰਨਾ ਇਮੀਗ੍ਰੇਸ਼ਨ ਦੇ ਖਾਸ ਕਰਕੇ ਇਹਨਾਂ ਨੇ ਨੱਥ ਕੱਸੀ ਹੈ, ਕਿਉਂਕਿ ਇੱਕ ਜਿੱਦਾਂ ਅਸੀਂ ਕਿਹਾ ਕਿ ਭਾਰਤ ਵਿੱਚ ਵੀ ਇਹੀ ਕੁਝ ਹੋ ਰਿਹਾ। ਜਿਹੜੀ ਸੱਜੇ ਪੱਖੀ ਇਸ ਵਕਤ ਰਾਜਨੀਤੀ ਸਾਰੇ ਪਾਸੇ ਚੱਲ ਰਹੀ ਹੈ, ਚਾਹੇ ਭਾਰਤ ਦੀ ਗੱਲ ਕਰ ਲਈਏ ਚਾਹੇ ਜੀ ਅਮਰੀਕਾ ਦੀ, ਉਹ ਵੀ ਪ੍ਰਵਾਸੀਆਂ ਉੱਤੇ, ਜਿੱਦਾਂ ਭਾਰਤ ਵਿੱਚ ਨਾਗਰਿਕਤਾ ਸੋਧ ਕਾਨੂੰਨ ਆਇਆ ਤੇ ਇੱਥੇ ਵੀ ਟਰੰਪ ਸਾਹਿਬ ਨੇ ਇਮੀਗ੍ਰੇਸ਼ਨ ਦੇ ਉੱਤੇ ਫੀਸਾਂ ਵਧਾ ਦਿੱਤੀਆਂ। ਹੁਣ ਇਸ ਵਕਤ ਤਾਂ ਗ੍ਰੀਨ ਕਾਰਡ ਜਾਰੀ ਕਰਨੇ ਬੰਦ ਕੀਤੇ ਹੋਏ ਆ। ਜਿਹੜਾ H-1B ਵੀਜ਼ਾ ਖਾਸ ਕਰਕੇ ਭਾਰਤੀ ਸਭ ਤੋਂ ਵੱਧ ਲੈਂਦੇ ਆ, ਉਹ ਵੀ ਬੰਦ ਕੀਤਾ ਹੋਇਆ। ਸੋ ਪ੍ਰਸਥਿਤੀਆਂ ਬਿਲਕੁਲ ਉਸੇ ਤਰ੍ਹਾਂ ਦੀਆਂ, ਉਸੇ ਤਰ੍ਹਾਂ ਦਾ ਰਾਸ਼ਟਰਵਾਦ ਦਾ ਜਿਹੜਾ ਏਜੰਡਾ ਸਿਰ ਚ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਇਹ ਕਰੋਨਾ ਵਾਇਰਸ ਤੇ ਜਿਹੜਾ ਇੱਕ ਇੱਥੇ ਅਫਰੀਕੀ ਕਾਲੇ ਭਾਈਚਾਰੇ ਦਾ ਰੋਸ ਪ੍ਰਦਰਸ਼ਨ ਹੋਇਆ ਸੀ, ਦੰਗੇ ਹੋਏ ਸੀ ਅਮਰੀਕਾ ਦੇ ਵਿੱਚ, ਇਹਨਾਂ ਦੋਨਾਂ ਚੀਜ਼ਾਂ ਨੇ ਟਰੰਪ ਸਾਹਿਬ ਦੀ ਖੇਡ ਬਹੁਤ ਜ਼ਿਆਦਾ ਵਿਗਾੜ ਦਿੱਤੀ। ਤੇ ਮੈਨੂੰ ਲੱਗਦਾ ਕਿ ਇਹਦਾ ਸਭ ਤੋਂ ਵੱਧ ਨੁਕਸਾਨ ਜਿਹੜਾ ਦੇਖਣ ਨੂੰ ਵੋਟਾਂ 'ਚ ਮਿਲੂਗਾ। ਖੈਰ ਵੋਟਾਂ ਦੀ ਗੱਲ ਕਰਦੇ ਹਾਂ ਜਸਵੀਰ ਜੀ, ਤਾਂ ਵੋਟਾਂ ਦੇ ਬਾਰੇ ਬਹੁਤ ਸਾਰੇ ਸਿਆਸੀ ਲੀਡਰ ਹਮੇਸ਼ਾ ਤਿਆਰੀਆਂ ਕਰਦੇ, ਆਪਾਂ ਦੇਖਦੇ ਹਾਂ ਕਿ ਆਪੋ ਆਪਣੇ ਪੱਧਰ ਤੇ ਜਿੱਥੇ ਵੀ ਉਹ ਰਾਜਨੀਤੀ ਕਰਦੇ ਆ, ਚਾਹੇ ਸੂਬਾਈ ਪੱਧਰ ਆ, ਚਾਹੇ ਰਾਸ਼ਟਰੀ ਪੱਧਰ ਆ, ਨੈਸ਼ਨਲ ਪੱਧਰ ਆ। ਨਵਜੋਤ ਸਿੰਘ ਸਿੱਧੂ ਹੋਣਾ ਬਾਰੇ ਆਪਾਂ ਚਰਚਾ ਕਰਦੇ ਹਾਂ, ਅਕਸਰ ਬੀਤ ਨੇ ਵੀ ਕੀਤੀ ਸੀ। ਹੁਣ ਜਿਹੜੇ ਹਰੀਸ਼ ਰਾਵਤ ਜਿਹੜੇ ਨਵੇਂ ਇੰਚਾਰਜ ਆਏ ਆ, ਸੁਣਿਆ ਉਹਨਾਂ ਨੇ ਅਖੀਰ ਸਿੱਧੂ ਹੋਣਾ ਨਾਲ ਮੁਲਾਕਾਤ ਕੀਤੀ ਆ। ਕੀ ਜਾਣਕਾਰੀ ਸਾਹਮਣੇ ਨਿਕਲ ਕੇ ਆਈ ਇਸ ਮਾਮਲੇ 'ਚ? ਹਰੀਸ਼ ਰਾਵਤ ਹੋਰੀ ਜਿਹੜੇ ਪੰਜਾਬ ਮਾਮਲਿਆਂ ਦੇ ਨਵੇਂ ਇੰਚਾਰਜ ਥਾਪੇ ਗਏ ਆ, ਮੁੱਖ ਮੰਤਰੀ ਰਹਿ ਚੁੱਕੇ ਨੇ ਸਾਬਕਾ, ਸੋ ਕਾਫੀ ਤਜਰਬਾ ਉਹਨਾਂ ਨੂੰ ਹੈਗਾ ਆ ਸਿਆਸਤ ਦਾ, ਤੇ ਤਜਰਬੇ ਦਾ ਕਰਕੇ ਉਹਨਾਂ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਥੋੜੀ ਪਾਟੋ ਧਾੜ ਬਣੀ ਹੋਈ ਆ ਕਾਂਗਰਸ ਦੇ ਵਿੱਚ, ਪਹਿਲਾਂ ਤਾਂ ਉਹਨੂੰ ਦੂਰ ਕੀਤਾ ਜਾਵੇ, ਫਿਰ ਗੁੱਸੇ ਨਾਰਾਜ਼ਗੀਆਂ ਜਿਨ੍ਹਾਂ ਦੀਆਂ ਹੈਗੀਆਂ ਉਹ ਦੂਰ ਕੀਤੀਆਂ ਜਾਣ, ਤੇ ਖਾਸ ਤੌਰ ਤੇ ਸ਼ੁਰੂਆਤ ਵੱਡੇ ਪੱਧਰ ਤੇ ਕਹਿ ਸਕਦੇ ਕਿ ਨਵਜੋਤ ਸਿੰਘ ਸਿੱਧੂ ਤੋਂ ਹੀ ਕੀਤੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਦੀ ਜਿਹੜੀ ਨਾਰਾਜ਼ਗੀ ਹੈ ਕਾਂਗਰਸ ਤੋਂ, ਉਹ ਕਾਂਗਰਸ ਜੀ ਨੂੰ ਵੱਧ ਨੁਕਸਾਨ ਪਹੁੰਚਾ ਰਹੀ ਹੈ ਪਾਟੋ ਧਾੜ ਨਾਲੋਂ ਵੀ।
ਹੋ ਸਕਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਵੀ ਮਨਾਉਣ ਦੀ ਕੋਸ਼ਿਸ਼ ਚੱਲੇ, ਉਹਨਾਂ ਨੂੰ ਵੀ ਇੱਕੋ ਹੀ ਲੀਹ ਤੇ ਲਿਆਉਣ ਦੀ ਕੋਸ਼ਿਸ਼ ਚੱਲੇ, ਸ਼ਮਸ਼ੇਰ ਸਿੰਘ ਦੂਲੋ ਹੋਰਾਂ ਨੂੰ ਵੀ ਟਿਕਾਣੇ ਤੇ ਲਿਆਉਣ ਦੀ ਕੋਸ਼ਿਸ਼ ਚੱਲੇ, ਪਰ ਲੱਗਦਾ ਕਿ ਉਹਨਾਂ ਦੀ ਸਿਆਸਤ ਜਾਂ ਉਹਨਾਂ ਦੀਆਂ ਬਿਆਨਬਾਜ਼ੀਆਂ ਉਹਨਾਂ ਨੁਕਸਾਨ ਪਹੁੰਚਾਉਣਗੀਆਂ ਨਹੀਂ 2022 ਦੀਆਂ ਚੋਣਾਂ ਦੇ ਵਿੱਚ, ਜਿੰਨਾ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਪਹੁੰਚਾ ਸਕਦੀ ਹੈ। ਔਰ ਇਸ ਗੱਲ ਦਾ ਅਹਿਸਾਸ ਜੀ ਹਰੀਸ਼ ਰਾਵਤ ਹੋਰਾਂ ਨੂੰ ਹੈਗਾ ਆ। ਇਹੀ ਕਾਰਨ ਹੈ ਕਿ ਕੱਲ ਬਕਾਇਦਾ ਜਿਹੜਾ ਹਰੀਸ਼ ਰਾਵਤ ਹੋਰੀ ਅੰਮ੍ਰਿਤਸਰ ਪਹੁੰਚੇ, ਦਰਬਾਰ ਸਾਹਿਬ ਗਏ, ਨਤਮਸਤਕ ਹੋਏ, ਉਸ ਤੋਂ ਬਾਅਦ ਦੇਰ ਸ਼ਾਮ ਜਿਹੜਾ ਆ ਉਹ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਤਕਰੀਬਨ ਕਿਹਾ ਜਾ ਰਿਹਾ ਕਿ 1.5 ਕੁ ਘੰਟਾ ਮੀਟਿੰਗ ਹੋਈ ਆ, ਮੁਲਾਕਾਤ ਹੋਈ ਆ ਬੰਦ ਕਮਰੇ ਦੇ ਵਿੱਚ। ਔਰ ਇਸ ਮੁਲਾਕਾਤ ਦੇ ਵਿੱਚ ਕਿਹੜੀਆਂ ਗੱਲਾਂ ਹੋਈਆਂ, ਕਿਹੜੀਆਂ ਗੱਲਾਂ ਨਹੀਂ ਹੋਈਆਂ, ਇਹਦਾ ਤਾਂ ਭਾਫ ਵੀ ਇਹਦੀ ਬਾਹਰ ਨਹੀਂ ਕੱਢੀ ਗਈ ਕਿ ਮੰਨ ਗਏ ਨੇ ਨਵਜੋਤ ਸਿੰਘ ਸਿੱਧੂ ਜਾਂ ਨਹੀਂ ਮੰਨੇ ਨੇ। ਪਰ ਇਸ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਮੁਖਾਤਬ ਹੁੰਦਿਆਂ ਇੱਕ ਵਾਰੀ ਫਿਰ ਹਰੀਸ਼ ਰਾਵਤ ਨੇ ਦੁਹਰਾਇਆ ਸੀ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਭਵਿੱਖ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਿੰਘ ਸਿੱਧੂ ਕਾਂਗਰਸ ਦੇ ਮੰਚਾਂ ਦੇ ਉੱਤੇ ਨਜ਼ਰ ਆਉਣਗੇ। ਜਦੋਂ ਉਹ ਇਹ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਮੰਚ ਦੇ ਉੱਤੇ ਨਜ਼ਰ ਆਉਣਗੇ ਨਵਜੋਤ ਸਿੰਘ ਸਿੱਧੂ, ਤੇ ਇਹ ਬਹੁਤ ਅਹਿਮ ਬਿਆਨ ਹੈ, ਕਿਉਂਕਿ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਕੈਬਨਿਟ ਤੋਂ ਬਾਹਰ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਕਾਂਗਰਸ ਦੀ ਕਿਸੇ ਰੈਲੀ, ਕਿਸੇ ਇਕੱਠ, ਕਾਂਗਰਸ ਦੇ ਕਿਸੇ ਚੋਣ ਪ੍ਰਚਾਰ ਦੇ ਵਿੱਚ ਨਜ਼ਰ ਨਵਜੋਤ ਸਿੰਘ ਸਿੱਧੂ ਨਹੀਂ ਆਏ। 2019 ਦੀਆਂ ਚੋਣਾਂ ਦੇ ਵਿੱਚ ਵੀ ਜਿਹੜਾ ਜੇ ਗੱਲ ਕਰ ਲਈਏ ਤੇ ਜੋ ਕੁਝ ਉਦੋਂ ਹੋਇਆ ਵਾਪਰਿਆ ਸੀਗਾ ਉਹ ਵੀ ਸਾਡੇ ਧਿਆਨ 'ਚ ਹੋਣਾ ਆ। ਦਿੱਲੀ ਦੇ ਵਿੱਚ ਚੋਣਾਂ ਹੋਈਆਂ, ਸਟਾਰ ਪ੍ਰਚਾਰਕਾਂ ਦੇ ਵਿੱਚ ਨਾਮ ਆਇਆ ਨਵਜੋਤ ਸਿੰਘ ਸਿੱਧੂ ਦਾ, ਪਰ ਨਵਜੋਤ ਸਿੰਘ ਸਿੱਧੂ ਉੱਥੇ ਗਏ ਨਹੀਂ। ਚਰਚਾਵਾਂ ਉਦੋਂ ਵੀ ਚੱਲੀਆਂ ਸੀਗੀਆਂ, ਸ਼ਾਇਦ ਆਮ ਪਾਰਟੀ ਦੇ ਵਿੱਚ ਜਾਣ ਦੀਆਂ ਤਿਆਰੀਆਂ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ, ਪਰ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਮੰਚਾਂ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਕਿ ਅਸੀਂ ਕਾਂਗਰਸ ਦੇ ਮੰਚ ਤੇ ਕਿਸੇ ਤੇ ਵੀ ਨਹੀਂ ਜਾਣਾ। ਸੋ ਇਸ ਕਰਕੇ ਕਹਿ ਸਕਦੇ ਹਾਂ ਜਦੋਂ ਹਰੀਸ਼ ਰਾਵਤ ਹੋਰੀ ਇਹ ਕਹਿੰਦੇ ਆ ਕਿ ਹੁਣ ਕਾਂਗਰਸ ਦੇ ਮੰਚ ਤੇ ਨਜ਼ਰ ਆਉਣਗੇ, ਤੇ ਇੱਕ ਮੈਨੂੰ ਲੱਗਦਾ ਬਹੁਤਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਮੰਦੀ, ਕੱਲ ਦੀ ਦਿਹਾੜੀ 'ਚ ਪਤਾ ਲੱਗ ਜਾਣਾ, ਕਿਉਂਕਿ ਕੱਲ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਆ ਰਹੇ ਨੇ। ਤੁਹਾਡੀ ਪਾਰਟੀ ਦਾ ਵੱਡਾ ਲੀਡਰ, ਰਾਸ਼ਟਰੀ ਸਾਬਕਾ ਪ੍ਰਧਾਨ ਤੁਹਾਡੇ ਸੂਬੇ ਦੇ ਵਿੱਚ ਆ ਰਿਹਾ ਹੋਵੇ ਰੈਲੀ ਕਰਨ ਦੇ ਲਈ, ਕਿਸਾਨਾਂ ਦੇ ਹੱਕ ਦੇ ਵਿੱਚ ਰੈਲੀ ਕੱਢੀ ਜਾਣੀ ਹੋਵੇ, ਔਰ ਉਸ ਮੰਗ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਖੁਦ ਵੀ ਜਿਹੜਾ ਮੁਤਫਿਕ ਹੋਵੇ, ਸਹਿਮਤ ਹੋਵੇ, ਤੇ ਫਿਰ ਉੱਥੇ ਸਿੱਧੂ ਦੀ ਮੌਜੂਦਗੀ ਹੁੰਦੀ ਹੈ ਜਾਂ ਨਹੀਂ ਹੁੰਦੀ। ਇਹਨੇ ਸੁਨੇਹੇ ਕਈ ਦੇ ਜਾਣੇ ਆ। ਕਿਸੇ ਨੇ ਕਿਸਾਨ ਰੈਲੀਆਂ ਦੇ ਪੱਖ ਦੇ ਵਿੱਚ ਜਦੋਂ ਨਵਜੋਤ ਸਿੰਘ ਘਰ ਤੋਂ ਬਾਹਰ ਨਿਕਲੇ ਸੀ, ਢੰਡਾਰੀ ਪੁਲ ਤੋਂ ਹਾਲਗੇਟ ਤੱਕ ਜਦੋਂ ਇੱਕ ਮਾਰਚ ਕੱਢਿਆ ਸੀ ਉਹਨਾਂ ਨੇ, ਕਾਂਗਰਸ ਦਾ ਕੋਈ ਉੱਥੇ ਨਜ਼ਰ ਨਹੀਂ ਆਇਆ ਸੀ, ਕਾਲੀਆਂ ਝੰਡੀਆਂ ਲਾਈਆਂ ਸੀਗੀਆਂ, ਕਾਂਗਰਸ ਦੇ ਝੰਡੇ ਤੋਂ ਦੂਰੀ ਬਣਾ ਕੇ ਰੱਖੀ ਨਵਜੋਤ ਸਿੰਘ ਸਿੱਧੂ ਨੇ। ਇੱਕ ਚੰਗਾ ਕੰਮ ਵੀ ਕੀਤਾ ਸੀ। ਮੈਨੂੰ ਲੱਗਦਾ ਕਿ ਅਸੀਂ ਇਸ ਗੱਲ ਦੀ ਆਲੋਚਨਾ ਵੀ ਵਾਰ-ਵਾਰ ਕਰਦੇ ਆ ਨਾ ਕਿ ਸਿਆਸੀ ਪਾਰਟੀਆਂ ਕਹਿੰਦੀਆਂ ਤਾਂ ਅਸੀਂ ਕਿਸਾਨਾਂ ਦੀ ਗੱਲ ਕਰਦੇ ਆ, ਝੰਡੇ ਆਪਣੇ ਚੱਕੀ ਫਿਰਦੀਆਂ ਨੇ, ਨਾਅਰੇਬਾਜ਼ੀਆਂ ਆਪਣੇ ਲੀਡਰਾਂ ਦੀਆਂ ਕਰੀ ਜਾਂਦੀਆਂ ਨੇ ਕਿ ਫਲਾਨਾ ਜਿੰਦਾਬਾਦ, ਧਮਕਾਨਾ ਜਿੰਦਾਬਾਦ, ਤੇ ਫਿਰ ਜੇ ਤੁਸੀਂ ਕਿਸਾਨਾਂ ਦੇ ਪੱਖ ਚੋਂ ਆ ਤੇ ਕਿਸਾਨਾਂ ਦਾ ਝੰਡਾ ਕਾਹਤੋਂ ਨਹੀਂ ਚੱਕਦੇ? ਕਾਲੀਆਂ ਝੰਡੀਆਂ ਹੀ ਚੱਕ ਲਓ ਜੇ ਤੁਸੀਂ ਵੱਖਰੇ ਰੋਸ ਮੁਜ਼ਾਹਰੇ ਵੀ ਕਰਨੇ ਆ, ਤੇ ਜਿੰਦਾਬਾਦ ਜਿਹੜਾ ਆ ਉਹ ਆਪਣੇ ਲੀਡਰਾਂ ਦੀ ਕਰਨ ਦੀ ਬਜਾਏ ਕਿਸਾਨ ਜਿੰਦਾਬਾਦ ਕਹੋ, ਕਿਸਾਨ ਏਕਤਾ ਜਿੰਦਾਬਾਦ ਕਹੋ, ਤੇ ਉਹਨਾਂ ਦੇ ਹੱਕ ਦੇ ਵਿੱਚ ਨਾਅਰੇਬਾਜ਼ੀਆਂ ਕਰੋ। ਸੋ ਇਸ ਗੱਲ ਦੀ ਅਸੀਂ ਆਲੋਚਨਾ ਵੀ ਕਰਦੇ ਰਹਿੰਦੇ ਆ, ਪਰ ਇੱਥੇ ਨਵਜੋਤ ਸਿੰਘ ਸਿੱਧੂ ਨੇ ਕਾਲੀਆਂ ਝੰਡੀਆਂ ਰੱਖੀਆਂ, ਤੇ ਇਹਦਾ ਇੱਕ ਸੁਨੇਹਾ ਇਹ ਵੀ ਸੀਗਾ ਕਿ ਕਾਂਗਰਸ ਤੋਂ ਵੀ ਉਹਨਾਂ ਦੀ ਨਾਰਾਜ਼ਗੀ ਆ, ਕਾਲੀ ਝੰਡੀ ਉਹ ਕਾਂਗਰਸ ਨੂੰ ਵੀ ਦਿਖਾ ਰਹੇ ਆ। ਹੁਣ ਹਰੀਸ਼ ਰਾਵਤ ਹੋਰਾਂ ਦੀ ਕੱਲ ਦੀ ਜਿਹੜੀ ਮੀਟਿੰਗ ਹੈ 1.5 ਘੰਟੇ ਦੀ, ਉਹ 1.5 ਘੰਟੇ ਦੀ ਮੀਟਿੰਗ ਉਹ ਕਾਲੀ ਝੰਡੀ ਹਟਾ ਕੇ ਜਿਹੜੇ ਆ ਸਿੱਧੂ ਵਾਲੇ ਡੰਡੇ ਚੋਂ ਕਾਂਗਰਸ ਵਾਲੀ ਝੰਡੀ ਦੁਬਾਰਾ ਪਾਉਣ ਦੇ ਵਿੱਚ ਕਾਮਯਾਬ ਹੋਏ ਆ। ਜਦ ਇਸ ਗੱਲ ਦਾ ਪਤਾ ਜੀ ਕੱਲ ਹੀ ਲੱਗ ਜਾਣਾ, ਕਿਉਂਕਿ ਰਾਹੁਲ ਗਾਂਧੀ ਦੀ ਕੱਲ ਵਾਲੀ ਰੈਲੀ ਦੇ ਵਿੱਚ, ਟਰੈਕਟਰ ਰੈਲੀ ਦੇ ਵਿੱਚ ਜੇ ਨਵਜੋਤ ਸਿੰਘ ਸਿੱਧੂ ਮੌਜੂਦ ਹੁੰਦੇ ਆ, ਸਪਸ਼ਟ ਸੰਕੇਤ ਹੈ ਕਿ ਹਰੀਸ਼ ਰਾਵਤ ਹੋਰੀ ਆਪਣੀ ਇਸ 1.5 ਘੰਟੇ ਦੀ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੇ ਵਿੱਚ ਕਾਮਯਾਬ ਹੋਏ। ਤੇ ਜੇ ਨਹੀਂ ਜਾਂਦੇ, ਇਹਦਾ ਇੱਕ ਸੰਕੇਤ ਇਹ ਹੋਣਾ ਕਿ ਅਜੇ ਹਰੀਸ਼ ਰਾਵਤ ਹੋਰਾਂ ਨੂੰ ਖਾਸੀ ਮਿਹਨਤ ਪੈਣੀ ਆ। ਜਿਹੜੇ BA ਪੜ੍ਹ ਕੇ ਸਿੱਧੂ ਹੋਰੀ ਆਏ ਨਾ ਸਿਆਸਤ ਦੇ ਵਿੱਚ, ਪ੍ਰਾਇਮਰੀ ਵਾਲੇ ਸਿਆਸਤਦਾਨ ਨੂੰ ਥੋੜਾ ਜਿਹਾ ਹੋਰ ਇੰਤਜ਼ਾਰ ਕਰਨਾ ਪਏਗਾ, ਥੋੜਾ ਜਿਹਾ ਹੋਰ ਟਟੋਲਣਾ ਪਏਗਾ, ਥੋੜਾ ਜਿਹਾ ਹੋਰ ਮਨਾਉਣਾ ਪਏਗਾ ਨਵਜੋਤ ਸਿੰਘ ਸਿੱਧੂ ਨੂੰ। ਜੀ ਜਸਵੀਰ ਜੀ, ਆਪਣੇ ਪ੍ਰੋਗਰਾਮ ਦਾ ਸਮਾਂ ਤਾਂ ਪੂਰਾ ਹੋ ਗਿਆ, ਪਰ ਇਹ ਪਹਿਲੂ ਤੁਸੀਂ ਬੜਾ ਦਿਲਚਸਪ ਚੱਕਿਆ। ਤੋਂ ਮੈਂ ਸੋਚ ਰਿਹਾ ਸੀ ਕਿ ਕੱਲ ਨੂੰ ਜਦੋਂ ਰਾਹੁਲ ਗਾਂਧੀ ਆਉਣਗੇ ਰਾਸ਼ਟਰੀ ਲੀਡਰ ਪਾਰਟੀ ਦੇ, ਉਦੋਂ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ, ਇੱਕ ਪਾਸੇ ਨਵਜੋਤ ਸਿੰਘ ਸਿੱਧੂ, ਤੇ ਇੱਕ ਪਾਸੇ ਬਾਜਵਾ ਸਾਹਿਬ ਤੇ ਦੂਲੋ ਹੋਣੀ, ਕੀ ਇਹ ਸਾਰੇ ਉੱਥੇ ਇਕੱਠੇ ਹੋਣਗੇ ਇੱਕ ਸਟੇਜ ਤੇ? ਬਹੁਤ ਦਿਲਚਸਪ ਸਵਾਲ ਹੈ, ਔਰ ਮੇਰਾ ਖਿਆਲ ਹੈ ਕਿ ਸਵਾਲ ਇਹ ਮੁਖਾਤਿਬ ਕਰਨਾ ਬਹੁਤ ਲਾਜ਼ਮੀ ਹੈ। ਹੁਣ ਦਮ ਕੌਣ ਕਿਸਾਨਾਂ ਦਾ
ਕਹਿੰਦਾ ਕਿ ਕਿਸਾਨਾਂ ਦੇ ਹੱਕ ਦੀ ਮੈਂ ਗੱਲ ਕਰਦਾ, ਸ਼ਮਸ਼ੇਰ ਸਿੰਘ ਦੂਲੋ ਨਹੀਂ ਕਹਿੰਦਾ ਮੈਂ ਕਿਸਾਨਾਂ ਦੇ ਹੱਕ ਦੀ ਗੱਲ ਕਰਦਾ, ਨਵਜੋਤ ਸਿੰਘ ਸਿੱਧੂ ਨਹੀਂ ਕਹਿੰਦਾ ਮੈਂ ਕਿਸਾਨਾਂ ਦੇ ਹੱਕ ਦੀ ਗੱਲ ਕਰਦਾ, ਕੈਪਟਨ ਅਮਰਿੰਦਰ ਸਿੰਘ ਨਹੀਂ ਕਹਿੰਦਾ ਕਿ ਮੈਂ ਕਿਸਾਨਾਂ ਦੇ ਹੱਕ ਦੀ ਗੱਲ ਕਰਦਾ। ਤੇ ਜਿਹੜੇ ਫਿਰ ਹੱਲ ਕਰਦੇ ਆ ਭਾਈ, ਕਿਸੇ ਦੀ ਗੱਲ ਕਰਦੇ ਆ, ਤੁਸੀਂ ਆਪਣੇ ਸਿਆਸੀ ਦਵੇਸ਼, ਆਪਣੀਆਂ ਸਿਆਸੀ ਵਿਰੋਧਤਾਵਾਂ ਜੇ ਕਿਨਾਰੇ ਤੇ ਰੱਖ ਕੇ ਇੱਕ ਮੰਚ ਤੇ ਨਹੀਂ ਇਕੱਠੇ ਹੁੰਦੇ, ਜੇ ਕੱਲ ਇਕੱਠੇ ਨਹੀਂ ਨਜ਼ਰ ਆਉਂਦੇ ਆ, ਤੇ ਸਪਸ਼ਟ ਸੰਕੇਤ ਹੋਣਾ ਹੈ ਕਿ ਭਾਈ ਇਹ ਆਪੋ ਆਪਣੀ ਡਫਲੀ ਤੇ ਆਪੋ ਆਪਣਾ ਰਾਹ ਹੈਗਾ ਆ, ਕਿਸਾਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ। ਇਹਨਾਂ ਨੂੰ ਤਾਂ ਆਪਣੀ ਕੁਰਸੀ, ਆਪਣਾ ਸਿਆਸੀ ਕੱਦ ਜਿਹੜਾ ਆ ਉਹ ਜ਼ਿਆਦਾ ਪਿਆਰਾ ਆ, ਤੇ ਉਹਨੂੰ ਵਧਾਉਣ ਲਈ ਇਹ ਕਿਸੇ ਲਈ ਹਾਂ ਦਾ ਨਾਰਾ ਮਾਰ ਸਕਦੇ ਆ, ਤੇ ਜੇ ਕਿਸੇ ਨਾਲ ਹਾਂ ਦਾ ਨਾਰਾ ਮਾਰਿਆ ਘਟਦਾ ਤੇ ਚੁੱਪ ਕਰਕੇ ਘਰੇ ਵੀ ਬੈਠ ਸਕਦੇ ਆ। ਸੋ ਕੱਲ ਸਾਰੀਆਂ ਗੱਲਾਂ ਸਪਸ਼ਟ ਹੋ ਜਾਣਗੀਆਂ ਕਿ ਦੂਲੋ ਸਾਹਿਬ, ਬਾਜਵਾ ਸਾਹਿਬ, ਸਿੱਧੂ ਸਾਹਿਬ, ਕੈਪਟਨ ਸਾਹਿਬ, ਇਹਨਾਂ ਦੇ ਨਾਲ ਮੈਂ ਸਾਰਿਆਂ ਦੇ ਨਾਲ ਸਾਹਿਬ ਜਾਣ ਕੇ ਲਾ ਰਿਹਾ ਕਿਉਂਕਿ ਸਾਰੀ ਸਾਹਿਬ ਹੀ ਹੈ। ਕਿਸਾਨ ਜਿਹੜਾ ਆ ਉਹ ਜਿੱਦਾਂ ਸੜਕਾਂ ਤੇ ਬੈਠਾ ਆ, ਉਹ ਕਿਸਾਨ ਦੇ ਨਾਲ ਅਸੀਂ ਸਾਹਿਬ ਨਹੀਂ ਲਾਉਂਦੇ, ਪਰ ਸਭ ਤੋਂ ਵੱਡਾ ਸਾਹਿਬ ਉਹੀ ਆ ਮੇਰੇ ਹਿਸਾਬ ਨਾਲ, ਪਰ ਇਹਨਾਂ ਦੇ ਨਾਲ ਲਾਉਂਦੇ ਆ ਕਿਉਂਕਿ ਇਹ ਆਪੂ ਹੀ ਬਣੇ ਹੋਏ, ਆਪਣੇ ਆਪ ਬਣੇ ਹੋਏ ਸਾਹਿਬ ਨੇ। ਤੇ ਜੇ ਇਹ ਸਾਹਿਬ ਜਿਹੜੇ ਹੈਗੇ ਨੇ ਇੱਕ ਮੰਚ ਤੇ ਇਕੱਠੇ ਨਹੀਂ ਨਾ ਹੋ ਸਕਦੇ ਆਪਣੇ ਸਿਆਸੀ ਜਿਹੜੇ ਕਾਟੋ ਕਲੇਸ਼ ਭੁਲਾ ਕੇ, ਤੇ ਫਿਰ ਲੜਾਈ ਵੀ ਕਿਸਾਨਾਂ ਦੀ ਕਦੇ ਨਹੀਂ ਲੜ ਸਕਦੇ, ਕਿਉਂਕਿ ਜਿੰਨੇ ਮੋਰਚੇ ਵੰਡ ਕੇ ਲੜੇ ਜਾਣਗੇ ਤੇ ਫਿਰ ਉਹ ਨਤੀਜੇ ਨਹੀਂ ਮਿਲਣਗੇ। ਜੇ ਇਕਜੁੱਟ ਹੋ ਕੇ ਲੜਾਈ ਲੜੀ ਜਾਵੇ, ਇਕੱਠ ਲੋਹੇ ਦੀ ਲੱਠ, ਤੇ ਫਿਰ ਕੋਈ ਵੀ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ। ਕੱਲ ਬਹੁਤ ਸਾਰੇ ਸਵਾਲਾਂ ਦੇ ਮਨਦੀਪ ਜੀ ਸਵਾਲ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ, ਕਾਂਗਰਸੀ ਸਿਆਸੀ ਮਾਹਿਰਾਂ ਨੂੰ ਮਿਲ ਜਾਣਗੇ। ਜੀ ਬਿਲਕੁਲ, ਔਰ ਮੈਨੂੰ ਲੱਗਦਾ ਕਿ ਬਤੌਰ ਪੱਤਰਕਾਰ ਜਿੱਥੇ ਸਾਨੂੰ ਕੱਲ ਦੇ ਦਿਨ ਦਾ ਇੰਤਜ਼ਾਰ ਹੈਗਾ, ਉੱਥੇ ਮੈਨੂੰ ਲੱਗਦਾ ਕਿ ਕਿਸਾਨਾਂ ਨੂੰ ਵੀ ਔਰ ਬਾਕੀ ਲੋਕਾਂ ਨੂੰ ਵੀ ਕੱਲ ਦੇ ਦਿਨ ਦਾ ਇੰਤਜ਼ਾਰ ਹੈਗਾ, ਕਿਉਂਕਿ ਸੂਬੇ ਦੀ ਜਿਹੜੀ ਸਿਆਸੀ ਦਿਸ਼ਾ ਹੈ ਉਹ ਵੀ ਇਸ ਕੱਲ ਦਾ ਦਿਨ ਜਿਹੜਾ ਵਾ ਉਹ 'ਚ ਕਾਫੀ ਦੇਖਣ ਤੋਂ ਜਿਹੜੀ ਸਥਿਤੀ ਆ ਸਾਫ਼ ਹੋ ਜਾਵੇਗੀ। ਖੈਰ ਜਸਵੀਰ ਜੀ, ਬਹੁਤ ਅਹਿਮ ਨੁਕਤਿਆਂ ਤੇ ਚਰਚਾ ਹੋਈ ਹੈ, ਬਹੁਤ ਬਹੁਤ ਧੰਨਵਾਦ ਖਬਰਾਂ ਤੇ ਚਰਚਾ ਕਰਨ ਲਈ। ਸ਼ੁਕਰੀਆ ਮਨਦੀਪ ਜੀ। ਜੀ, ਸੋ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼, ਜਿਹਦੇ ਵਿੱਚ ਅਸੀਂ ਕੀਤੀ ਆ ਖਾਸ ਖਬਰਾਂ ਤੇ ਚਰਚਾ, ਔਰ ਇਸੇ ਤਰ੍ਹਾਂ ਕੱਲ ਨੂੰ ਫਿਰ ਆਵਾਂਗੇ, ਫਿਰ ਕਰਾਂਗੇ ਖਾਸ ਖਬਰਾਂ ਤੇ ਚਰਚਾ। ਤਦ ਤੱਕ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ TV ਪੰਜਾਬ।